परम सन्मान जोग चबर छतर तखत दे मालक जुग हो जुग अटल सतगुरु श्री गुरु ग्रंथ साहिब महाराज जियां दी पावन पवित्र हजूरी अंदर सुभाईमान होए बैठे गुरमुख प्यारे सत संगी जनों, सतगुरु श्री गुरु ग्रंथ साहिब महाराज जी ने अज जो मुखवाक बख्शिश कीते ने, धन धन गुरु नानक देव महाराज जी वालों जो रब्बी शब्द मुखवाक दे अंदर आप जियां ने राग धनासरी दे अंदर श्रवण कीता। इस शब्द पिछे भी एक घटना जिहड़ी आ अक्सर असी साखियां दे अंदर श्रवण करदे आ कि सतगुरु गुरु नानक देव जी जदों दीन दुनिया नूं तारदिआं हरद्वार कुरुक्षेत्र दे वल चाले पा के वहमां भरमां कर्मां कांडां तो दीन दुनिया नूं तार के अकाल पुरख दी पूजा प्रतिष्ठा भगती दे नाल जोड़दे ने। उत्थे एक जोगी वल्लों लोकां नूं भरमाया जा रिहा है, अखां बंद करके आसन ला के ओ बैठा है ते दुनिया नूं कहंदा है मैनूं शिवपुरी दिसदी आ, मैनूं ब्रह्मपुरी दिसदी आ, मैनूं इंद्रपुरी दिसदी आ, आओ मैनूं मत्था टेको, मेरे लोटे च पैसे पाओ, मैं दसदा तुहाडे मरे होए पितर कित्थे बैठे ने ते की मंग करदे ने। इदां दे वहमां भरमां विच दुनिया नूं इह जोगी पाउंदा है। गुरु नानक देव महाराज दे वल वेख के हसदे आ ते मरदाना कहंदा सतगुरु कि इनू सच्ची ही कुछ दिसदा है। ते मेरे गुरु नानक जी कहंदे अजे कुछ नहीं कहना, थोड़ी जी भीड़ इकट्ठी हो लैंदे, कल्ले नूं नहीं समझाउणा। कहंदे आ ये जोगी इदां बहुत रोला पाउंदा, लोक भरमां च पै जांदे आ। जदों हुण लोकां दा इकट्ठ होया, लोकां ने लोटे च पैसे पाए, मत्था टेकिया, चौंकड़ियां मार मार बह गए। जदों बहुती भीड़ होई ते हुण गुरु नानक जी कहंदे मरदानिया इहदे अगे पिया पैसिਆਂ दा लोटा इहदी पिठ पिछे रख दे जाके, ਅਸੀਂ ਵੇਖਦੇ ਆ ਕਿਹੜੀਆਂ ਪੁਰੀਆਂ ਇਹਨੂੰ ਦਿਸਦੀਆਂ ਨੇ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਮਰਦਾਨੇ ਨੂੰ ਇਹ ਕਿਹਾ ਤੇ ਮਰਦਾਨੇ ਨੇ ਜਾ ਕੇ ਉਸੇ ਤਰ੍ਹਾਂ ਕੀਤਾ। ਹੁਣ ਇਹ ਕੀ ਕਰਦਾ ਸੀ? ਗੁਰੂ ਜੀ ਕਹਿੰਦੇ ਆਂਖ ਮੀਟੈ ਨਾਕ ਪਕੜੈ, ਅੱਖਾਂ ਮੀਚ ਕੇ ਬੈਠਾ ਪਰ ਵਿੱਚ ਵਿੱਚ ਖੋਲ ਕੇ ਵੇਖਦਾ ਕਿ ਲੋਟੇ 'ਚ ਪੈਸੇ ਆ ਰਹੇ। ਹੁਣ ਜਦੋਂ ਇਹਨੇ ਵਿੱਚ ਖੋਲ ਕੇ ਵੇਖਿਆ ਕਿ ਅੱਗੇ ਲੋਟਾ ਹੀ ਨਹੀਂ ਹੈਗਾ, ਇਹ ਅੱਗ ਬਬੂਲਾ ਹੋ ਗਿਆ ਕਿ ਮੇਰਾ ਲੋਟਾ ਕਿਹਨੇ ਚੱਕਿਆ। ਹੁਣ ਦੇਖੋ ਅਸੀਂ ਡਰ ਜਾਵਾਂਗੇ ਕਿ ਜੋਗੀ ਆ, ਕੱਪੜੇ ਪਾਏ ਆ, ਸ਼ਰਾਪ ਨਾ ਦੇ ਦੇ, ਅਕਸਰ ਇਦਾਂ ਹੀ ਕਰਦੇ ਨਾ ਆਪਾਂ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਚੁੱਪ ਨੇ ਤੇ ਉਸੇ ਭੀੜ ਦੇ ਵਿੱਚ ਖਲੋਤੇ ਨੇ। ਆਖਿਰਕਾਰ ਜਦੋਂ ਇਹਨੂੰ ਪਤਾ ਲੱਗ ਗਿਆ ਬਣ ਕੁਝ ਨਹੀਂ ਰਿਹਾ, ਇਹਨੇ ਫਿਰ ਜੋ ਇਹ ਕਰਦੇ ਨੇ ਕਹਿੰਦਾ ਮੈਂ ਸ਼ਰਾਪ ਦੇ ਦਿਆਂਗਾ, ਮੈਂ ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਮੇਰਾ ਲੋਟਾ ਦੱਸੋ ਕਿੱਥੇ ਹੈ। ਹੁਣ ਬਾਬਾ ਨਾਨਕ ਸਾਹਮਣੇ ਆਇਆ। ਗੁਰੂ ਨਾਨਕ ਮਹਾਰਾਜ ਕਹਿੰਦੇ 5 ਮਿੰਟ ਪਹਿਲਾਂ ਤੇ ਬ੍ਰਹਮਪੁਰੀ ਵੇਖਦਾ ਪਿਆ, 5 ਮਿੰਟ ਪਹਿਲਾਂ ਤੇ ਲੋਕਾਂ ਨੂੰ ਸ਼ਿਵਪੁਰੀ ਦੇ ਦਰਸ਼ਨ ਕਰਾ ਰਿਹਾ। ਇਸੇ ਧਰਤੀ ਦੀ ਪੁਰੀ 'ਚ ਲੋਟਾ ਪਿਆ, ਨਿਗਾਹ ਮਾਰ ਕੀ ਪਤਾ ਖੌਰੇ ਨਿਗਾਹ 'ਚ ਆਈ ਜਾਏ। ਵੇਖੋ ਇਹ ਲੋਕ ਏਦਾਂ ਕਰਦੇ ਆ। ਹੁਣ ਜਦੋਂ ਗੁਰੂ ਨਾਨਕ ਜੀ ਨੂੰ ਵੀ ਕਹਿਣ ਲੱਗਾ ਤੁਸੀਂ ਕੌਣ? ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਬਾਅਦ 'ਚ ਪਹਿਲਾਂ ਆਪਣਾ ਲੋਟਾ ਲੱਭ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਇਹਦੇ ਪੱਲੇ ਕੁਝ ਨਹੀਂ। ਜਿੰਨੀ ਉੱਥੇ ਭੀੜ ਇਕੱਠੀ ਹੋਈ ਗੁਰੂ ਨੇ ਸਮਝਾਇਆ ਭਾਈ ਇਹਦੀ ਪਿੱਠ ਪਿੱਛੇ ਲੋਟਾ ਪਿਆ ਨੇ, ਇਹਨੂੰ ਦਿਸਦਾ ਤੇ ਮਰੇ ਹੋਏ ਪਿਤਰਾਂ ਪ੍ਰਤੀ ਕੀ ਦਿਸ ਦੂਗਾ ਕਿ ਕਿਹੜੀ ਪੁਰੀ 'ਚ ਬੈਠੇ ਆ। ਏਦਾਂ ਗੁਰੂ ਨਾ ਸਾਡੇ ਲਈ ਤੇ ਇੱਕ ਐਵੇਂ ਆ ਜਿਵੇਂ ਬੱਚੇ ਨਹੀਂ ਖੇਡਦੇ, ਪਰ ਇਹਦੇ ਪਿੱਛੇ ਗਿਆਨ ਬੜਾ ਵੱਡਾ ਜਿਹੜਾ ਗੁਰੂ ਜੀ ਲੋਜਿਕ ਨਾਲ ਦਿੰਦੇ ਨੇ। ਗੱਲੀ ਬਾਤੀ ਸਮਝਾਉਂਦੇ ਖੌਰ ਉਹਦੇ 2-4 ਬੰਦੇ ਹੁੰਦੇ ਬਾਬੇ ਨੂੰ ਮਾਰਨ ਪੈ ਜਾਂਦੇ, ਪਰ ਗੁਰੂ ਨੇ ਇੱਕ ਲੋਜਿਕ ਨਾਲ ਸਮਝਾਇਆ ਕਿ ਆਂਖ ਮੀਟੈ ਨਾਕ ਪਕੜੈ ਸੂਝ ਤੇ 3 ਲੋ। ਕਹਿੰਦੇ ਤੈਨੂੰ 3 ਲੋਕਾਂ ਦੀ ਸੋਝੀ ਐ, ਮਗਰ ਪਾਛੈ ਕੱਛ ਨਾ ਸੂਝੈ। ਤੇਰੇ ਪਿੱਛੇ ਲੋਟਾ ਪਿਆ ਤੈਨੂੰ ਉਹਦੀ ਸੋਝੀ ਨਹੀਂ। ਤੇ ਗੁਰੂ ਜੀ ਕਹਿੰਦੇ ਇਹ ਪਦਮ ਅਲੋ, ਇਹ ਤੇ ਐਵੇਂ ਹੀ ਆ ਭਾਈ। ਇਸੇ ਕਰਕੇ ਬਾਬੇ ਨੇ ਨਾ ਫਿਰ ਸ਼ਬਦ ਉੱਥੇ ਉਚਾਰਿਆ। ਗੁਰੂ ਜੀ ਕਹਿੰਦੇ ਕਾਲ ਨਾਹੀ, ਏਦਾਂ ਕਲਯੁਗ ਦੀਆਂ ਫਾਈਆਂ ਨਹੀਂ ਕੱਟੀਆਂ ਜਾਣੀਆਂ। ਜੋਗ ਨਾਹੀ, ਜੋਗ ਸ਼ਬਦ ਮਿਲਾਪ ਦਾ, ਏਦਾਂ ਰੱਬ ਨਾਲ ਮਿਲਾਪ ਨਹੀਂ ਹੋਣਾ। ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢੱਬ। ਤੇ ਜਿਹੜੇ ਢੱਬ ਅਸੀਂ ਕਰਦੇ ਆ, ਜੋ ਵੀ ਕਰਮ ਕਰਦੇ ਆ, ਇਹਦੇ ਨਾਲ ਸਾਡਾ ਆਚਰਣ ਉੱਚਾ ਨਹੀਂ ਹੋਣਾ। ਗੁਰੂ ਜੀ ਕਹਿੰਦੇ ਥਾਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਇਸੇ ਵਹਿਮਾਂ ਭਰਮਾਂ ਵਿੱਚ ਦੇਖੋ ਇਹ ਸ਼ਬਦ ਬਾਣੀ ਨੇ ਵਰਤਿਆ, ਦੁਨੀਆ ਭ੍ਰਿਸ਼ਟੀ ਜਾ ਰਹੀ ਹੈ, ਦੁਨੀਆ ਗਰਕੀ ਜਾ ਰਹੀ ਹੈ। ਲੋਕੀ ਵਹਿਮਾਂ ਭਰਮਾਂ ਦੇ ਆਦੀ ਹੋ ਗਏ,
पर गुरु नानक दा सिद्धांत की जे ईमानदारी ना पुछो ते गुरु जी कहंदे कल मैं राम नाम सार। कल मैं दा पावे कल युग दे अंदर सब तो श्रेष्ठ की है राम नाम सार। सार कहंदे श्रेष्ठ उत्तम। गुरु जी कहंदे आओ इस नाम नाल जुड़िए, अपना अपने परिवार जियां दा गया दा भी ते आउण वालियां दा भी सारियां दा ही भला इसे नाम ने कर देना। सो खैर इस संखेप जी विचार कीती। अज तो आपां 21 तरीक नूं जो ननकाना साहब दा साका आ रहा, क्योंकि लंबेरा इतिहास है, पिछों असीं शुरू करना कि किहड़ियां घटनावां जिहड़ियां प्रगट रूप दे अंदर सिखां दे सामने होईयां, गुप्त पता नहीं किन्नियां कुछ वरतींदियां होणगीਆਂ। सिखां ने फिर गुरुद्वारा सुधार लहर सन 1920 दे विच एक जिहड़ी आ ਉਹ लहर शुरू कीती है, 1925 तक ਚੱਲੀ ਆ। इसे लहर दे अधीन गुरुद्वारा एक्ट पास हुंदा 1925 च। इसे लहर दे विचों श्रोमणी कमेटी अकाली दल दा आगाज हुंदा। इसे दे विचों श्रोमणी प्रबंधक गुरुद्वारा कमेटी वो वखरी एक धार्मिक ते एक राजनीतिक दो ये पार्टियां बनदियां। अज दे ढांचे नूं नहीं असीं लैणा सी 1920 उन्हां मरजीवड़ियां दी गल करदे पे। हुण गुरुद्वारा सुधार लहर क्यों बनानी पई, इहदे अर्थ तुसीं सुणिओ। गुरु नानक देव सच्चे पातशाह महाराज जिस खित्ते च अपना आगमन लैंदे आ, राय भोए की तलवंडी, गुरु नानक महाराज दे उत्थे आउण तो बाद उत्थों दा राजा राय बुलार गुरु नानक दे नां ते इह नगर वसाउंदा है। सतगुरु गुरु नानक देव महाराज दे परथाए भाई गुरदास लिखदे आ कि जिथे बाबा पैर धरे पूजा आसन थापण सोया। कहंदे कि जिथे जिथे भी गुरुआं ने अपने चरण पाए ਉਹ ਥਾਂ ਉਹ ਆਸਨ ਪੂਜਣ ਯੋਗ ਹੋ ਗਏ। ਉਸ ਸਮੇਂ ਗੁਰਦੁਆਰਿਆਂ ਨੂੰ ਜਦੋਂ ਸਤਿਗੁਰੂ ਨਾਨਕ ਜੀ ਚਰਨ ਪਾਉਂਦੇ, ਪਾਠਸ਼ਾਲਾ, ਟਕਸਾਲ, ਚਟਸਾਲ ਇਤ ਆਦਿਕ ਇਹ ਸ਼ਬਦ ਵਰਤੇ ਜਾਂਦੇ ਨੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਪਰ ਫਿਰ ਸਮਾਂ ਬਦਲਦਾ ਗਿਆ, ਗੁਰੂ ਘਰਾਂ ਦੇ ਨਾਲ ਕਿਉਂਕਿ ਸਤਿਗੁਰਾਂ ਨੇ ਚਰਨ ਪਾਏ ਆ, ਇਸ ਕਰਕੇ ਫਿਰ ਇਹਨਾਂ ਧਾਮਾਂ ਨੂੰ ਗੁਰਦੁਆਰੇ ਸਾਹਿਬ ਦਾ ਨਾਮ ਦਿੱਤਾ ਗਿਆ। ਗੁਰੂ ਘਰ ਕਹਿੰਦੇ ਆ, ਗੁਰਦੁਆਰਾ ਸਾਹਿਬ ਕਹਿੰਦੇ ਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਧਰਮ ਨੂੰ ਤੋਰਿਆ, ਵੱਖ-ਵੱਖ ਗੁਰੂ ਸਾਹਿਬਾਨਾਂ ਨੇ ਨਗਰ ਵਸਾਏ, ਗੁਰਦੁਆਰੇ ਬਣਾਏ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਕੌਮ ਦੀ ਅਗਵਾਈ ਕਰਦੇ ਨੇ। उन्हां दी शहीदी तो बाद सिख कौम दे उत्ते संगत जिहड़ा समा आया, तकरीबन पूरी सदी सिखां दा कतलोगा समय दे हुक्मरानां वल्लों कीता गया। सिख उस समय गुरुद्वारे तां बहुत दूर दी गल, सेवा संभाल अपने परिवारां नूं भी नहीं चंगी तरह साम सके, ना घरां विच आ सके। बहुता समा उन्हां जंगलां च बतीत करना, जिस करके गुरुद्वारियां दा प्रबंध उदासियां ते निर्मलियां दे हाथ आया। ਇਹ ਹੁੰਦੇ ਤਾਂ ਸਿੱਖ ਸੀ, ਪਰ ਇਹਨਾਂ ਨੂੰ ਹੁਕਮਰਾਨ ਤਾਂ ਨਹੀਂ ਸੀ ਮਾਰਦੇ ਕਿਉਂਕਿ ਇਹਨਾਂ ਗੇਰੂ ਰੰਗ ਦੇ ਕੱਪੜੇ ਪਾਉਣੇ ਤੇ ਇਹਨਾਂ ਬਾਬਿਆਂ ਵਾਲੇ ਜਿਹੜੇ ਬਾਣੇ ਪਾਉਣੇ ਤੇ ਉਹਨਾਂ ਨੂੰ ਹੋਣਾ ਕਿ ਇਹ ਜੁਝਾਰੂ ਸਿੰਘ ਨਹੀਂ। ਤੇ ਬਹੁਤ ਲੰਮਾ ਸਮਾਂ ਇਹਨਾਂ ਨੇ ਬੜੀ ਮਰਿਆਦਾ ਵਿੱਚ, ਡਿਸਪਲਿਨ ਦੇ ਵਿੱਚ ਰਹਿ ਕੇ, ਭੈ ਭਾਵਨੀ ਵਿੱਚ ਰਹਿ ਕੇ ਗੁਰੂ ਘਰਾਂ ਦੀ ਸੇਵਾ ਨੂੰ ਸੰਭਾਲਿਆ। ਆਪ ਜੀ ਨੂੰ ਇਹ ਵੀ ਗਿਆਤ ਹੋਵੇ, ਜਦੋਂ ਸਿੱਖ ਰਾਜ ਹੁੰਦਾ ਨਾ ਮਹਾਰਾਜਾ ਰਣਜੀਤ ਸਿੰਘ ਦਾ, ਤੇ ਉਦੋਂ ਬਹੁਤੀਆਂ ਜ਼ਮੀਨਾਂ ਜਿੱਥੋਂ ਗਿਰਾਵਟ ਆਈ ਉਦਾਸੀਆਂ ਨਿਰਮਲਿਆਂ ਦੇ ਵਿੱਚ, ਬਹੁਤੀਆਂ ਜ਼ਮੀਨਾਂ ਵੱਡੇ ਵੱਡੇ ਅਸੀਂ ਕਹਿ ਲਈਏ ਕਿ ਇਹਨਾਂ ਦੇ ਨਾਮ ਗੁਰਦੁਆਰਿਆਂ ਦੇ ਨਾਲ ਲਾਏ ਗਏ। ਉਹਦੇ ਪਿੱਛੇ ਕਾਰਨ ਸੀ ਕਿ ਸਿੱਖ ਸੰਗਤਾਂ ਆਉਂਦੀਆਂ ਨੇ, ਕਿਉਂਕਿ ਤੁਸੀਂ ਨਾ ਜਦੋਂ ਉਸ ਸਮੇਂ ਦਾ ਇਤਿਹਾਸ ਪੜ੍ਹੋ ਤੇ ਉਦੋਂ ਕੋਈ ਸਕੂਲ ਯੂਨੀਵਰਸਿਟੀਆਂ ਨਹੀਂ ਸੀ ਹੁੰਦੀਆਂ ਕਿ ਜਿੱਥੇ ਜਾ ਕੇ ਸਾਡੇ ਬੱਚੇ ਪੜ੍ਹ ਸਕਣ। ਉਦੋਂ ਗੁਰਦੁਆਰਿਆਂ ਦੇ ਵਿੱਚ ਹੀ ਵਿੱਦਿਆ ਦਿੱਤੀ ਜਾਂਦੀ ਰਹੀ ਆ। ਤੇ ਮਹਾਰਾਜਾ ਰਣਜੀਤ ਸਿੰਘ ਨੇ ਬੇਅੰਤ ਗੁਰਦੁਆਰਿਆਂ ਦੇ ਨਾਂ ਭਾਰੀ ਜ਼ਮੀਨਾਂ ਲਗਵਾਈਆਂ, ਜਾਇਦਾਦਾਂ ਲਵਾਈਆਂ, ਜਿਸ ਕਰਕੇ ਫਿਰ ਇਹ ਜਿਹੜੇ ਮਹੰਤ ਨੇ ਇਹ ਕਰੈਕਟਰਲੈਸ ਹੋਏ, ਜਿਨ੍ਹਾਂ ਕਰਕੇ ਇਹਨਾਂ ਮਨਮਰਜ਼ੀਆਂ ਸ਼ੁਰੂ ਕੀਤੀਆਂ। ਇਹਨਾਂ ਨੇ ਗੁਰਦੁਆਰਿਆਂ ਨੂੰ ਆਪਣੇ ਕਬਾਬ ਤੇ ਸ਼ਬਾਬ ਦੇ ਅੱਡੇ ਬਣਾਏ, ਇਹਨਾਂ ਗੁਰਦੁਆਰਿਆਂ 'ਚ ਕੰਜਰੀਆਂ ਨਚਾਈਆਂ, ਇਹਨਾਂ ਗੁਰਦੁਆਰਿਆਂ 'ਚ ਫਿਰ ਜਿੰਨਾ ਵੀ ਅਸਲੀ ਕਹਿ ਲਈਏ ਮਾੜੀਆਂ ਗੱਲਾਂ ਸੀ ਉਹ ਰੱਜ ਕੇ ਕੀਤੀਆਂ। ਸ਼ਰਾਬਾਂ ਪੀ ਪੀ ਕੇ ਗੁਰੂ ਦੇ ਤਾਬਿਆਂ ਤੇ ਇਹਨਾਂ ਬਹਿਣਾ। ਇਹਨਾਂ ਨੇ ਧੀਆਂ ਭੈਣਾਂ ਦੀ ਪੱਤ ਰੋਲਣੀ ਸ਼ੁਰੂ ਕੀਤੀ। ਇਹਨਾਂ ਨੇ ਅੰਮ੍ਰਿਤਧਾਰੀਆਂ ਦਾ ਤਿਸਕਾਰ ਕਰਨਾ ਸ਼ੁਰੂ ਕੀਤਾ। ਜਦੋਂ ਇਹ ਸਭ ਕੁਝ ਸਿੱਖ ਕੌਮ ਵੇਖਦੀ ਪਈ ਆ, ਉਸ ਸਮੇਂ ਸਿੱਖ ਕੌਮ ਦੇ ਮਰਜੀਵੜੇ
करतार सिंह झब्बर, तेजा सिंह समुंदरी, तेजा सिंह भुच्चर, लक्ष्मण सिंह धारोवाल, दलीप सिंह साहोवाल, बूटा सिंह लैलपुर इद आदि ये जिहड़े कौम की अगवाई करते, मास्टर तारा सिंह उन्हां विच ने। ये हुण समा तुसीं थोड़ा जिहा वेखिओ, जदों गुरुद्वारा सुधार लैश आरंभ हुंदी आ, ਇਹਦੇ ਵਿੱਚ ਹੀ ਗੋਰਿਆਂ ਦਾ ਕਬਜ਼ਾ ਹੈ, ਕਿਉਂਕਿ ਹਿੰਦੁਸਤਾਨ ਤੇ ਪੰਜਾਬ ਤੇ ਸਿੱਖ ਰਾਜ ਤੋਂ ਬਾਅਦ ਇਹਨਾਂ ਨੇ ਨਾ ਇੱਕ ਐਕਟ ਪਾਸ ਕੀਤਾ ਕਿ 12 ਸਾਲ ਤੋਂ ਵੱਧ ਜੋ ਜ਼ਮੀਨ ਜਿੰਨੇ ਸਾਂਭੀਏ ਉਹ ਉਹਦੀ ਮਲਕੀਅਤ। ਹੁਣ ਦੇਖੋ, ਪਹਿਲਾਂ ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਾਰੀ ਜਾਇਦਾਦਾਂ ਲਵਾਈਆਂ, ਬਾਅਦ ਵਿੱਚ ਉਦਾਸੀਆਂ ਮਹੰਤਾਂ ਨੇ ਇਹ ਗੁਰਦੁਆਰੇ ਸਾਹਮਣੇ ਜਾਇਦਾਦਾਂ ਨੂੰ ਸਾਂਭਿਆ। ਹੁਣ ਗੋਰਿਆਂ ਦੀ ਸ਼ਹਿ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਸਿੱਖ ਗੁਰਦੁਆਰਿਆਂ 'ਚ ਵੜਨਗੇ ਇਹ ਇਨਕਲਾਬ ਦੀ ਗੱਲ ਕਰਨਗੇ, ਇਹਨਾਂ ਨੂੰ ਗੁਰਦੁਆਰਿਆਂ 'ਚ ਤੋੜ ਕੇ ਰੱਖੋ, ਨਾ ਇਹ ਗੁਰਦੁਆਰੇ ਆਉਣ ਤੇ ਨਾ ਸਿੱਖ ਰਾਜ ਦੀਆਂ ਗੱਲਾਂ ਕਰਨ। ਕਹਿੰਦੇ ਆ ਹੁਣ ਜਦੋਂ ਇਹਨਾਂ ਨੇ ਇੱਕ ਐਕਟ ਪਾਸ ਕੀਤਾ ਕਿ 12 ਸਾਲ ਤੋਂ ਬਾਅਦ ਜਿਨ੍ਹਾਂ ਕੋਲ ਜਿਸੇ ਦੀ ਜਾਇਦਾਦ ਹੈ ਉਹ ਉਹਦੀ ਮਲਕੀਅਤ, ਤੇ ਇਹ ਤੇ ਕਈ ਸਾਲਾਂ ਤੋਂ ਗੁਰਦੁਆਰਿਆਂ 'ਚ ਬੈਠੇ ਆ। ਉਸ ਸਮੇਂ ਨਨਕਾਣਾ ਸਾਹਿਬ ਦੇ ਗੁਰਦੁਆਰੇ ਨਾਂ ਤੇ 5,500 ਏਕੜ ਜ਼ਮੀਨ ਲੱਗਦੀ ਸੀ। सोच के वेखो इन्हां दे क्यों एक जिहड़े किरदार तो डिगे फिर अपने। खैर ये जदों सब कुछ होया संगत, थोड़ा जिहा आपां ना 1920 तो शुरू करांगे, ते क्योंकि इसे करके 2 दिन पहला शुरू कर लिया। कुछ कारण ने ननकाना साहब दे साके दे, उस तो पहला 1 महीना पहला तरनताਰਨ साहब दे विच ये सारे गुरुद्वारे उन्हां महंतां दे कोल ने, उन्हां जरबानियां ने अपने ਜਿਹੜੇ ਅਸੀਂ ਕਹਿ ਲਈਏ ਕਿ ਇਹਨਾਂ ਨੂੰ ਐਸ਼ਪ੍ਰਸਤੀ ਦੇ ਅੱਡੇ ਵਜੋਂ ਵਰਤਣਾ, ਦੁਕਾਨਾਂ ਸਮਝ ਕੇ ਇਹਨਾਂ ਨੂੰ ਵਰਤਦੇ ਰਹੇ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਜਦੋਂ ਇਹ ਲਹਿਰ ਸ਼ੁਰੂ ਕੀਤੀ ਤੇ ਬੜੇ ਗੁਰਦੁਆਰੇ ਮਹੰਤਾਂ ਤੋਂ ਗੱਲਾਂ ਬਾਤਾਂ ਨਾਲ, ਪਿਆਰ ਨਾਲ ਤੇ ਵਿਚਾਰ ਨਾਲ ਛਡਾਉਣੇ ਸ਼ੁਰੂ ਕੀਤੇ। ਹੁਣ ਜਿਹੜੇ ਤਾਂ ਛੋਟੇ ਮੋਟੇ ਮਹੰਤ ਨੇ, ਉਦਾਸੀ ਨੇ, ਉਹਨਾਂ ਤੇ ਪਿੱਛੇ ਹੋਣਾ ਕੀਤਾ, ਪਰ ਜਿਹੜੇ ਜ਼ਿਆਦਾ ਨਰੈਣੂ ਮਹੰਤ ਵਰਗੇ ਨੇ ਜਾਂ ਜਿਨ੍ਹਾਂ ਨੇ ਤਰਨਤਾਰਨ ਸਾਹਿਬ ਦੇ ਉੱਤੇ ਕਬਜ਼ਾ ਕੀਤਾ, ਇਹ ਇਹਨਾਂ ਦਾ ਚੰਗਾ ਜਿਹੜਾ ਸੀ ਉਸ ਸਮੇਂ ਦੀ ਗੋਰੀ ਸਰਕਾਰ ਦੇ ਨਾਲ, ਅੰਗਰੇਜ਼ ਸਰਕਾਰ ਦੇ ਨਾਲ ਉੱਠਣਾ ਬੈਠਣਾ ਸੀ। ਹੁਣ ਜਦੋਂ 1920 ਦੇ ਵਿੱਚ ਘਟਨਾਵਾਂ ਹੋਈਆਂ, ਕਿਉਂਕਿ ਦਰਬਾਰ ਸਾਹਿਬ ਵੀ ਇਹਨਾਂ ਦੇ ਕਬਜ਼ੇ 'ਚ ਹੈ, ਅਕਾਲ ਤਖਤ ਸਾਹਿਬ ਵੀ ਇਹਨਾਂ ਦੇ ਕਬਜ਼ੇ 'ਚ ਹੈ। ਹੁਣ 1920 ਦੇ ਵਿੱਚ ਇੱਕ ਰੁਕਨਦੀਨ ਜੀ ਹੋਏ ਆ ਮੁਸਲਮਾਨ, ਜਿਹੜੇ ਅੰਮ੍ਰਿਤ ਛਕ ਕੇ ਮਹਿਤਾਬ ਸਿੰਘ ਬਣਦੇ ਆ, ਖੁਦ ਨਹੀਂ ਬਣਦੇ। ਇਹਨਾਂ ਨੇ ਬੜੀ ਉਸ ਸਮੇਂ ਟੁੱਟ ਚੁੱਕੀ ਕੌਮ ਨੂੰ ਅਮਰ ਦੀਆਂ ਦਾਤਾਂ ਦਿੱਤੀਆਂ। ਕਹਿੰਦੇ 1920 ਦੇ ਵਿੱਚ ਜੱਲਿਆਂਵਾਲੇ ਬਾਗ 'ਚ ਇੱਕ ਵੱਡਾ ਅੰਮ੍ਰਿਤ ਸੰਚਾਰ ਹੋਇਆ। ਤੁਸੀਂ मैं तां बार बार ये तरले पाउना हुन्ना कि उस समय महंता ने ये लागू किया सी कि 9 बजे तो बाद आ जेडे जिन्हां नूं असीं शूदर श्रेणी दे गरीब लोग कहने आ, इन्हां दी देग दरबार साहब प्रवान नहीं होएगी। जे प्रवान कराउणी है ते 9 बजे तो सवेरे पहला लैके आओ, नहीं ते धक्के मार के बाहर गट्टिया जांदा सी। हुण जदों अमृत संचार होया, अमृत संचार तो बाद सिखां ने देग तैयार कीती ते भारी गिणती दे विच ਹੁਣ ਇਹ ਜੱਥਾ ਦਰਬਾਰ ਸਾਹਿਬ ਪਹੁੰਚਿਆ ਤੇ ਇਹਨਾਂ ਦੀ ਅਗਵਾਈ ਕੌਣ ਕਰਦੇ ਪਿਆ? ਮਹਿਤਾਬ ਸਿੰਘ। ਇਹਨਾਂ ਬੇਨਤੀ ਕੀਤੀ ਕਿ ਦਰਬਾਰ ਸਾਹਿਬ ਅਰਦਾਸ ਕਰੋ, ਇਹ ਮਰਜੀਵੜੇ ਅੰਮ੍ਰਿਤ ਦੀ ਦਾਤ ਲੈ ਕੇ ਆਏ। ਇੱਥੋਂ ਦਾ ਗ੍ਰੰਥੀ ਉਹ ਸਮੇਂ ਆ ਜਿਹੜਾ ਗੁਰਬਚਨ ਸਿੰਘ, ਨਿਰਮਲੇ ਉਦਾਸੀ ਮਹੰਤ ਕਹਿਣ ਲੱਗੇ ਬਿਲਕੁਲ, ਕਿਉਂਕਿ ਇਹ ਸ਼ੂਦਰ ਨੇ, ਨੀਵੀਆਂ ਜਾਤਾਂ ਵਿੱਚੋਂ ਨੇ, ਇਹਨਾਂ ਦੀ ਦੇਗ ਗੁਰਦੁਆਰੇ ਪ੍ਰਵਾਨ ਨਹੀਂ। ਹੁਣ ਸਿੱਖ ਕੌਮ ਦੇ ਆਗੂ ਕਰਤਾਰ ਸਿੰਘ ਝੱਬਰ ਵਰਗੇ ਕਹਿਣ ਲੱਗੇ, ਤੇਜਾ ਸਿੰਘ ਸਮੁੰਦਰੀ, ਤੇਜਾ ਸਿੰਘ ਭੁੱਚਰ ਵਰਗੇ, ਕਿ ਭਾਈ ਇਹਨਾਂ ਨੇ ਖੰਡੇ ਬਾਟੇ ਦੀ ਪੋਲ ਲੈ ਕੇ ਅਮਰ ਦੀ ਦਾਤ ਪ੍ਰਾਪਤ ਕੀਤੀ ਹੈ, ਇਹ ਤੇ ਖਾਲਸੇ ਨੇ। ਇਹ ਜਦੋਂ ਅੜੇ ਨਾ, ਫਿਰ ਸਿੱਖਾਂ ਨੇ ਕਿਹਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ? ਮਹੰਤਾਂ ਨੂੰ ਕਹਿੰਦੇ ਭਰੋਸਾ ਹੈ। ਕਹਿੰਦੇ ਫਿਰ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮਨਾਮਾ ਲਈਏ, ਜੇ ਉਹ ਪ੍ਰਵਾਨ ਕਰ ਲੈਣ ਤੇ ਤੁਸੀਂ ਮੰਨੋਗੇ ਫਿਰ ਇਹਨਾਂ ਨੂੰ। ਤੇ ਸੱਚ ਜਾਣਿਓ, ਜਿਸ ਗੁਰੂ ਨੂੰ ਮੱਥਾ ਟੇਕਦੇ ਆ, ਜੇ ਭਰੋਸੇ ਨਾਲ ਅਰਦਾਸ ਕਰੀਏ ਤੇ ਗੁਰੂ ਬੋਲ ਕੇ ਵੀ ਸੰਗਤ ਜੀ ਸਾਡੇ ਆਪਾਂ ਕਹਿ ਲਈਏ ਕਿ ਅੰਦਰ ਦੀਆਂ ਬੇਵਲਤਾ ਨੂੰ ਸੁਣਦਾ। ਕਹਿੰਦੇ ਅਰਦਾਸ ਕਰਨ ਨੂੰ ਜਦੋਂ ਕਿਹਾ ਤੇ ਇਹ ਮੰਨਿਆ ਨਹੀਂ ਗੁਰਬਚਨ ਸਿੰਘ ਗ੍ਰੰਥੀ ਕਿ ਮੈਂ ਅਰਦਾਸ ਨਹੀਂ ਕਰਦਾ, ਕਿਉਂਕਿ ਇਹਨੂੰ ਪਤਾ ਕਿ ਕਬਜ਼ਾ ਤੇ ਮਹੰਤਾ ਦਾ। ਖਾਲਸਾ ਕਾਲਜ ਦਾ ਪ੍ਰੋਫੈਸਰ, ਕਿਉਂਕਿ ਉਹ ਵੀ ਵੱਡੀ ਗਿਣਤੀ ਵਿੱਚ ਇਹ ਨਾਲ ਆਏ ਆ, ਤੇ ਉਹਨੇ ਅਰਦਾਸ ਕੀਤੀ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, तेरे घर दे तां 4 दरवाजे ने, ते 4 दरवाजे तां उपदेश ही ये दिंदे कि चारे दिशावां दे, चारे वर्णां दे, चारे मजहबां दे, सच एवे चारे आश्रमां दे लोग इत्थे आउण, उन्हां नूं ना लंगर दे विच, ना पंगत दे विच,
ਉਹਨਾਂ ਨੂੰ ਕੋਈ ਵਿਤਕਰਾ ਨਾ ਕੀਤਾ ਜਾਵੇ, ਉਹ ਇੱਥੋਂ ਭੋਗ ਮੁਖ ਦੀਆਂ ਦਾਤਾਂ ਪ੍ਰਾਪਤ ਕਰ ਸਕਦੇ ਆ। ਕਹਿੰਦੇ ਅਰਦਾਸ ਕੀਤੀ ਹੈ ਕਲਗੀਧਰ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਅਮਰ ਦੀ ਦਾਤ ਲੈ ਕੇ ਤੇਰੇ ਘਰ ਦੇਗ ਲੈ ਕੇ ਆਏ ਆ, ਤੁਸੀਂ ਅੱਜ ਬੋਲ ਕੇ ਦੱਸੋ ਕਿ ਇਹਨਾਂ ਗਰੀਬਾਂ ਦੀ ਦੇਗ ਪ੍ਰਵਾਨ ਕਰਦੇ ਹੋ ਕਿ ਨਹੀਂ ਕਰਦੇ। ਜਦੋਂ ਇਹ ਅਰਦਾਸ ਕੀਤੀ ਤੇ ਉੱਥੇ ਖਲੋਤੀ ਸਾਰੀ ਸੰਗਤ ਰੋ ਪਈ ਕਿ ਗੁਰਦੁਆਰੇ ਸਿੱਖਾਂ ਬਣਾਏ, ਤੱਤੀਆਂ ਤਵੀਆਂ ਤੇ ਗੁਰੂ ਬੈਠੇ, ਤੇ ਅੱਜ ਦੇਗ ਪ੍ਰਵਾਨ ਕਰਨ ਦੇ ਲਈ ਵੀ ਸਾਨੂੰ ਮਹੰਤਾਂ ਦੇ ਕੋਲੋਂ ਤਰਲੇ ਲੈਣੇ ਪੈ ਰਹੇ ਆ। ਕਹਿੰਦੇ ਅਰਦਾਸ ਹੋਈ, ਉੱਚੀ ਬੋਲ ਕੇ ਫਿਰ ਗੁਰਬਚਨ ਸਿੰਘ ਗ੍ਰੰਥੀ ਨੇ ਹੁਕਮਨਾਮਾ ਲਿਆ ਤੇ ਸੱਦ ਕੇ ਜਾਓ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਹੁਕਮਨਾਮਾ ਪਤਾ ਕੀ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, RAM ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ। ਜਦੋਂ ਇਹ ਤੁਕਾਂ ਆਈਆਂ ਨਾ, ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ। ਗੁਰੂ ਨੇ ਬੋਲ ਕੇ ਕਿਹਾ ਇਹਨਾਂ ਨੂੰ ਮੈਂ ਰਲਾ ਲਿਆ ਖਾਲਸੇ 'ਚ। ਸਿੱਖਾਂ ਨੇ ਜਕਾਰੇ ਛੱਡੇ ਤੇ ਮਹੰਤਾਂ ਨੂੰ ਦੌੜਦਿਆਂ ਨੂੰ ਰਾਹ ਨਹੀਂ ਲੱਭੀ। ਇਹ ਹੁਣ ਹਰਮੰਦਰ ਸਿੱਖਾਂ ਦੇ ਕਾਬਜ ਹੋਇਆ, ਸਿੱਖਾਂ ਨੇ ਇੱਥੋਂ ਦਾ ਪ੍ਰਬੰਧ ਸੰਭਾਲਿਆ। ਹੁਣ ਕੌਮ ਕਹਿਣ ਲੱਗੀ ਕਿ ਇਹਨਾਂ ਦੀ ਅਰਦਾਸ ਨਾ ਅਕਾਲ ਤਖਤ ਸਾਹਿਬ ਵੀ ਕਰਾਈ ਜਾਏ। ਹੁਣ ਇੱਥੇ ਵੀ ਮਹੰਤ ਬੈਠੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਖਵਾਕ ਆਇਆ, ਉੱਥੇ ਅਰਦਾਸਾਂ ਸੋਧਿਆ ਗਿਆ, ਇਹਨਾਂ ਆਪਣੇ ਆਪਣੇ ਘਰੀ ਚਲੀ ਗਏ। ਜਦੋਂ ਘਰ ਗਏ ਸਿੱਖਾਂ ਜਾ ਕੇ ਬੇਨਤੀ ਕੀਤੀ ਕਿ ਲੈ ਕੇ ਆਓ ਆਪਾਂ ਅਰਦਾਸ ਕਰਾਉਣੀ, ਕਿਉਂਕਿ ਸਿੱਖ ਕਦਾ ਚਿੱਤ ਨਹੀਂ ਸਾਂਦੇ ਕਿ ਗੁਰਦੁਆਰਿਆਂ 'ਚ ਲੜਾਈਆਂ ਹੋਵਣ। ਉਹ ਤਾਂ ਕਹਿੰਦੇ ਸੀ ਬੇਸ਼ੱਕ ਤੁਸੀਂ ਪ੍ਰਬੰਧ ਸੰਭਾਲੋ ਪਰ ਉਹਨੂੰ ਜਾਇਜ਼ ਤਰੀਕੇ ਨਾਲ ਸੰਭਾਲੋ, ਜੋ ਮਰਿਆਦਾ ਗੁਰੂ ਘਰ ਦੀ। ਇਹ ਕਹਿੰਦੇ ਆਪਾਂ ਨਹੀਂ ਆਉਣਾ, ਆਪਾਂ ਸ਼ੂਦਰਾਂ ਲਈ ਕਾਹਨੂੰ ਅਰਦਾਸ ਕਰੀਏ। ਇੱਥੇ ਫਿਰ ਕਰਤਾਰ ਸਿੰਘ ਤੇ ਜਿਹੜਾ ਝੱਬਰ ਨੇ ਇੱਕ ਗੱਲ ਕਹੀ, ਕਹਿੰਦਾ ਗੁਰਦੁਆਰੇ ਇਹਨਾਂ ਦੇ ਬਾਪ ਦਾ ਨਹੀਂ, ਇਹ ਗੁਰਦੁਆਰੇ ਗੁਰੂ ਸਾਹਿਬਾਨਾਂ ਦੇ ਆ, ਤੇ ਅੱਜ ਤੋਂ ਬਾਅਦ ਗੁਰੂ ਕੇ ਦੁੱਲੇ ਖਾਲਸੇ ਹੀ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਗੇ। ਉੱਥੇ ਫਿਰ ਜਿਹੜਾ ਇਹਨਾਂ ਤੋਂ ਬਾਅਦ ਜਥੇਦਾਰ ਥਾਪਿਆ ਨਾ ਅਕਾਲ ਤਖਤ ਸਾਹਿਬ ਦਾ, ਉਹ ਸੀ ਤੇਜਾ ਸਿੰਘ ਪੁੱਚਰ, ਉਹ ਜਥੇਦਾਰ ਥਾਪੇ ਜਾਂਦੇ। ਦੇਖੋ ਬੇਨਤੀ ਫਿਰ ਸੁਣਿਓ, ਇਹ 1920 ਦੀ ਘਟਨਾ ਹੈ। 1920 ਦੇ ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਸਿੱਖ ਪ੍ਰਬੰਧ 'ਚ ਲੈ ਕੇ ਆਉਂਦੇ ਆ। ਹੁਣ ਇੱਕ ਘਟਨਾ ਹੁੰਦੀ ਆ 24 ਜਨਵਰੀ ਦੀ। ਇਹ ਘਟਨਾ ਜਦੋਂ ਹੁੰਦੀ 1921 ਦੇ ਵਿੱਚ ਜਾ ਕੇ 24 ਜਨਵਰੀ ਨੂੰ ਨਾ ਇੱਕ ਵੱਡਾ ਦੀਵਾਨ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਸਜਾਇਆ ਗਿਆ ਕਿ ਉਹਦੇ ਵਿੱਚ ਇਹੀ ਵਾਰ-ਵਾਰ ਬਾਤਾਂ ਕਿ ਕਿਵੇਂ ਗੁਰਦੁਆਰਿਆਂ ਦਾ ਸਿਸਟਮ ਠੀਕ ਕੀਤਾ ਜਾਏ, ਕਿਉਂਕਿ ਸਿੱਖਾਂ ਨੂੰ ਉਹ ਸੁਨੇਹ ਪਹੁੰਚ ਰਹੇ ਸੀ। ਉਹ ਅਸੀਂ ਬਾਅਦ ਚ ਵੇਖਾਂਗੇ 17, 18, 19 ਤੇ 20 ਦੇ ਵਿੱਚ ਕਿਹੜੀਆਂ ਘਟਨਾਵਾਂ ਸੀ ਜਿਸ ਕਰਕੇ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ। ਉਸ ਤੋਂ ਪਹਿਲਾਂ 24 ਜਨਵਰੀ ਦੀ ਇਹ ਗੱਲ ਹੈ ਤੇ ਸਾਕਾ ਜਿਹੜਾ ਹੁੰਦਾ 21 ਫਰਵਰੀ ਦਾ ਮਹੀਨੇ ਦੇ ਵਿੱਚ ਵਖੇਵਾ ਸਨ ਹੋਈ ਆ 1921। 24 ਜਨਵਰੀ ਨੂੰ ਇਹ ਮੀਟਿੰਗ ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲ ਤਖਤ ਸਾਹਿਬ ਹੁੰਦੀ ਪਈ, ਵੱਡੇ ਵੱਡੇ ਕੌਮ ਦੇ ਆਗੂ ਬੈਠੇ, ਇੰਨੇ ਕਰਦੇ ਨੂੰ ਨਾ ਜਿੱਥੇ ਅੱਜ ਕੱਲ ਢਾਡੀ ਦਰਬਾਰ ਲੱਗਦੇ। ਇੱਥੇ ਇੱਕ ਬੀਬੀ ਨੇ ਉੱਚੀ ਉੱਚੀ ਆ ਕੇ ਰੋਣਾ ਸ਼ੁਰੂ ਕੀਤਾ ਤੇ ਉਹਦੇ ਬੋਲ ਸੁਣਿਓ। ਕਹਿਣ ਲੱਗੇ ਕਿ ਗੁਰੂ ਕੇ ਖਾਲਸਾ ਜੀ, ਤੁਸੀਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਦੇ ਫੌਜਾਂ ਕੋਲੋਂ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਰਹੇ। ਅੱਜ ਕਿੱਥੇ ਸਾਡੀ ਸਿੱਖ ਕੌਮ ਸੌ ਗਈ ਆ? ਅੱਜ ਤੁਹਾਡੇ ਹੀ ਗੁਰਦੁਆਰਿਆਂ ਦੇ ਵਿੱਚ ਧੀਆਂ ਭੈਣਾਂ ਦੀ ਪੱਤ ਰੋਲੀ ਜਾ ਰਹੀ ਹੈ। ਜਦੋਂ ਵਾਰ-ਵਾਰ ਉਹਨੇ ਗੱਲਾਂ ਰਿਪੀਟ ਕੀਤੀਆਂ ਕਿ ਕਿੱਥੇ ਅੱਜ ਉਹ ਮੇਰੇ ਕੌਮ ਦੇ ਜੁਝਾਰੂ ਜਿਹੜੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਤੇ ਛਾਤੀਆਂ ਅੱਗੇ ਢਾ ਕੇ ਖਲੋ ਜਾਣਾ। ਕਹਿੰਦੇ ਦੀਵਾਨ ਦੇ ਵਿੱਚੋਂ ਨਾ ਇਹ ਸਾਰੇ ਥੱਲੇ ਆਏ ਤੇ ਪੁੱਛਦੇ ਆ ਮਾਂ ਨੂੰ ਕਿ ਹੋਇਆ ਕੀ। ਕਹਿਣ ਲੱਗੀ ਮੇਰੇ 6-7 ਸਾਲ ਦੇ ਪੁੱਤ ਨੂੰ ਤੇ ਮੇਰੀ ਧੀ ਦੀ ਉਮਰ ਜਿਹੜੀ 13 ਤੋਂ 14 ਸਾਲ ਲਿਖੀ। ਇਹ ਕੌਣ ਸੀ? ਇਹ ਜਿਹੜੀ ਪਤਨੀ ਬੋਲ ਰਹੀ ਆ, ਇਹ ਬੱਚਿਆਂ ਦੀ ਮਾਂ ਤੇ ਸੰਤ ਸਿੰਘ ਦੀ ਘਰ ਵਾਲੀ। ਉਹ ਸੰਤ ਸਿੰਘ ਜਿਹੜਾ ਉਸ ਸਮੇਂ ਸਿੰਘ ਸਭਾ ਲਹਿਰ ਦਾ ਆਗੂ ਰਿਹਾ ਹੈ। ਇਹਨੇ ਕੇਵਲ ਇੰਨੀ ਕੁ ਗੱਲ ਕਹੀ। ਤਰਨਤਾਰਨ ਸਾਹਿਬ ਜਿਹੜਾ ਗੁਰਦੁਆਰਾ ਨਾ, ਇਹਦਾ ਜਿਹੜਾ ਸਰੋਵਰ ਏ, ਇਹ ਮੈਂ ਥੋੜਾ ਜਿਹਾ ਇਹਦਾ ਪਿਛੋਕੜ ਦੱਸ ਦਿੰਦਾ। 1590 ਦੇ ਵਿੱਚ ਗੁਰੂ ਜੀ ਨੇ ਇਹਨੂੰ ਡੱਕ ਲਾਇਆ ਸੀ ਇਸ ਸਰੋਵਰ ਨੂੰ, ਗੁਰੂ ਅਰਜਨ ਦੇ ਪਿਤਾ ਨੇ। ਤੇ ਇਸ ਸਰੋਵਰ ਦੇ ਨੇੜੇ ਮਹਾਰਾਜ ਨੇ ਕਿਉਂਕਿ ਵਾਰ ਦਿੱਤਾ ਸੀ ਕਿ ਇੱਥੇ ਕੋੜੀਆਂ ਦਾ ਵੀ ਇਸ਼ਨਾਨ ਕਰਕੇ ਕੋੜ ਦੂਰ ਹੋਇਆ ਕਰੂਗਾ। ਇੱਥੇ ਫਿਰ ਗੁਰਦੁਆਰਿਆਂ ਦੇ ਨੇੜੇ ਗੁਰੂ ਨੇ ਕੋੜੀਆਂ ਦੇ ਲੰਗਰ ਹਾਲ ਬਣਾਏ, ਦਵਾਖਾਨੇ ਬਣਾਏ। ਤੇ ਇਹਦਾ ਜਿਹੜਾ ਅਸੀਂ ਦੇਖੀਏ ਨਾ, ਇਹਦੀ ਚੌੜਾਈ ਜਿਹੜੀ ਆ ਉਹ 990 ਫੁੱਟ ਚੌੜਾਈ ਹੈ
ਤੇ ਜਿਹੜੀ ਲੰਬਾਈ ਆ ਉਹ 999 ਫੁੱਟ ਹੈ ਜਿਹੜਾ, ਕਿਉਂਕਿ ਵੱਡਾ ਸਰੋਵਰ ਹੈ ਸਿੱਖ ਕੌਮ ਦੇ ਅੰਦਰ ਤਰਨਤਾਰਨ ਸਾਹਿਬ ਦਾ। ਤੇ ਇੱਥੇ ਇਹਨੂੰ ਤਰਨਤਾਰਨ ਸਾਹਿਬ ਵੀ ਕਿਉਂ ਕਿਹਾ ਗਿਆ? ਕਿਉਂਕਿ ਇੱਥੇ ਇੱਕ ਨਾ ਝਾਬ ਹੁੰਦੀ ਸੀ ਤੇ ਬੱਚੇ ਨਹਾਉਂਦੇ ਰਹੇ। ਕਹਿੰਦੇ ਇੱਕ ਵਾਰ ਬੱਚਾ ਇੱਥੇ ਡੁੱਬ ਗਿਆ ਤੇ ਬੱਚਿਆਂ ਨੇ ਨਹਾਉਣਾ ਬੰਦ ਕਰਤਾ। ਬਾਅਦ ਵਿੱਚ ਜਦੋਂ ਗੁਰੂਆਂ ਨੇ ਥੋੜੇ ਪਿੰਡਾਂ ਦੀ ਜ਼ਮੀਨ ਖਰੀਦੀ, ਸਰੋਵਰ ਬਣਾਇਆ, ਤੇ ਫਿਰ ਸਹਿਜ ਸੁਭਾਏ ਸੰਗਤ ਨੇ ਕਿਹਾ ਅੱਜ ਤਾਰਨ ਵਾਲਾ ਕੋਈ ਆਇਆ। ਤੇ ਤੁਹਾਨੂੰ ਮੈਂ ਬੜੀ ਵਾਰੀ ਦੱਸਿਆ ਕਿ ਤਰਨ ਦਾ ਮਤਲਬ ਜਹਾਜ਼ ਹੁੰਦਾ, ਤਾਰਨ ਵਾਲਾ ਹੁੰਦਾ ਜਿਹੜਾ ਤਾਰੇ। ਤੇ ਉਸ ਨਗਰ ਦਾ ਵੀ ਨਾਂ ਤਰਨਤਾਰਨ ਸਾਹਿਬ ਬਣਿਆ, ਗੁਰਦੁਆਰੇ ਤੇ ਸਰੋਵਰ ਦਾ ਨਾਮ ਵੀ ਜਿਹੜਾ ਉਹ ਤਰਨਤਾਰਨ ਸਾਹਿਬ ਬਣਿਆ। ਹੁਣ ਇਹ 1590 ਚ ਬਾਅਦ ਵਿੱਚ ਜਦੋਂ ਇਹ ਸਮਾਂ ਉਦਾਸੀਆਂ ਨਿਰਮਲਿਆਂ ਕੋਲ ਗਿਆ, ਇਹਨਾਂ ਨੇ ਇੱਥੇ ਕੰਜਰੀਆਂ ਨੂੰ ਨਚਾਇਆ ਕਰਨਾ, ਨਾਚ ਗਾਣੇ ਕਰਿਆ ਕਰਨੇ। ਇਹਨਾਂ ਨੇ ਸੰਗਤ ਜਿਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦੁਖੀਆਂ ਦੇ ਦੁੱਖ, ਰੋਗੀਆਂ ਦੇ ਰੋਗ ਕੱਟੇ ਜਾਂਦੇ ਰਹੇ, ਕੋੜੀਆਂ ਦੇ ਕੋੜ ਦੂਰ ਹੁੰਦੇ ਰਹੇ। ਮਾਫ ਕਰਿਓ, ਇਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਗਰਮੀਆਂ ਦੇ ਦਿਨਾਂ ਵਿੱਚ ਰੱਸੀਆਂ ਪਾ ਪਾ ਕੇ ਬੰਨ ਕੇ ਠੰਡੀਆਂ ਕਰ ਕਰਕੇ ਪੀਣੀਆਂ। ਜੇ ਤੁਹਾਡੇ ਮਾਵਾਂ ਦੀਆਂ ਧੀਆਂ ਨੇ ਮੱਥਾ ਟੇਕਣ ਜਾਣਾ, ਤੁਹਾਡੀਆਂ ਵਰਗੀਆਂ ਬੀਬੀਆਂ, ਇਹਨਾਂ ਨੇ ਗੰਨੇ ਦੀਆਂ ਗੁਲੇਲੀਆਂ ਮਾਰਿਆ ਕਰਨੀਆਂ, ਪੱਥਰ ਮਾਰਿਆ ਕਰਨੇ। ਤੇ ਜਦੋਂ ਇਹ ਸ਼ਿਕਾਇਤਾਂ ਸਿੱਖ ਕੌਮ ਦੇ ਆਗੂਆਂ ਕੋਲ ਪਹੁੰਚਣੀਆਂ, ਉਹਨਾਂ ਨੇ ਚਿੱਠੀ ਲਿਖ ਕੇ ਭੇਜਣੀ ਜਾਂ ਉਦਾਂ, ਤੇ ਉਹਨਾਂ ਨੇ ਪਤਾ ਕੀ ਕਹਿਣਾ? ਫਿੱਟਿਆਂ ਨੇ ਕਹਿਣਾ ਇਹ ਸਾਡੀਆਂ ਦੁਕਾਨਾਂ ਨੇ, ਤੇ ਜੇ ਤੁਹਾਨੂੰ ਇੱਜ਼ਤਾਂ ਇੰਨੀਆਂ ਹੀ ਪਿਆਰੀਆਂ ਕਿ ਘਰਾਂ 'ਚ ਬਹਿ ਜਾਓ, ਗੁਰਦੁਆਰੇ ਕੀ ਲੈਣ ਆਉਂਦੇ ਹੋ? ਤੁਹਾਡੇ ਲਈ ਗੁਰਦੁਆਰੇ ਹੋਣਗੇ, ਸਾਡੇ ਲਈ ਇਹ ਦੁਕਾਨ ਹੈ ਕੇਵਲ ਐਸ਼ ਪ੍ਰਸਤੀ ਦੀ। ਇਹ ਹਾਲਾਤ ਬਣੇ ਸੀ ਉਸ ਸਮੇਂ ਗੁਰਦੁਆਰਿਆਂ ਦੇ। ਤੇ ਇਸ ਘਟਨਾ ਨੇ ਝੰਜੋੜ ਕੇ ਰੱਖਤਾ ਕੌਮ ਨੂੰ। ਸੰਤ ਸਿੰਘ ਇੱਕ ਗੱਲ ਕਹਿੰਦਾ ਪ੍ਰਕਰਮਾਂ 'ਚ ਖਲੋ ਕੇ, ਕਹਿਣ ਲੱਗਾ ਦੁਨੀਆ ਦੇ ਲੋਗੋ, ਸਿੱਖ ਕੌਮ ਦੀ ਸ਼ੁਰੂਆਤ ਖੰਡੇ ਦੀ ਪੋਲ ਤੋਂ ਹੁੰਦੀ ਹੈ, ਤੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਕਵਾਉਂਦੇ ਆ, ਅਮਰ ਦੀ ਦਾਤ ਜ਼ਰੂਰ ਲੈਣ। ਇਹਨਾਂ ਮਹੰਤਾਂ ਨੇ ਰੋਕ ਕੇ ਕਿਹਾ ਸੀ ਇਸ ਗੁਰਦੁਆਰਿਆਂ ਵਿੱਚ ਅਮਰ ਦੀ ਗੱਲ ਨਹੀਂ ਕੀਤੀ ਜਾਊਗੀ, ਇੱਥੇ ਸਿੱਖੀ ਦੇ ਪਾਠ ਦੀ ਗੱਲ ਨਹੀਂ ਕੀਤੀ ਜਾਊਗੀ। ਇਸ ਗੱਲ ਤੋਂ ਇਹ ਰੜਕਣਾ ਸ਼ੁਰੂ ਹੋ ਗਿਆ। ਤਰਨਤਾਰਨ ਸਾਹਿਬ ਦੇ ਵਿੱਚ ਜਿਹੜੇ ਆਪਣੇ ਲਛਮਣ ਸਿੰਘ ਧਾਰੋਵਾਲੀ ਆ ਨਾ, ਜਿਹੜੇ ਮੇਨ ਆਗੂ ਰਹੇ ਇਸ ਸਾਕੇ ਦੇ, ਇਹ ਇੱਕ ਵਾਰ ਜੱਥਾ ਲੈ ਕੇ ਇੱਥੇ ਆਏ ਸੀ ਕੀਰਤਨੀਆਂ ਦਾ, ਬੱਚਿਆਂ ਦਾ, ਕਿ ਅਸੀਂ ਕੀਰਤਨ ਕਰਨਾ। ਇਹਨਾਂ ਕੀਰਤਨ ਨਹੀਂ ਕਰਨ ਦਿੱਤਾ। ਇੱਕ ਇੱਥੋਂ ਦਾ ਤਰਨਤਾਰਨ ਸਾਹਿਬ ਦਾ ਸੇਵਕ ਸਿੰਘ ਜੱਥਾ ਵਾ, ਉਹ ਮੰਨਿਆ ਜਾਂਦਾ, ਤੇ ਕਹਿੰਦੇ ਆ ਇਹ ਜੱਥੇ ਦੇ ਬੱਚਿਆਂ ਨੂੰ ਵੀ ਇਹਨਾਂ ਕੀਰਤਨ ਨਹੀਂ ਕਰਨ ਦਿੱਤਾ। ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਆਖਿਰਕਾਰ ਸੰਤ ਸਿੰਘ ਦੀ ਬੱਚੀ 13 ਕੁ ਸਾਲ ਤੇ ਉਹਨਾਂ ਦਾ ਪੁੱਤਰ 6 ਕੁ ਸਾਲ ਦਾ, ਇਹ ਗੁਰੂ ਕਰਦਿਆਂ ਪ੍ਰਕਰਮਾਂ ਚ ਲਾ ਕੇ ਮੱਥਾ ਟੇਕਣ ਜਾ ਰਿਹਾ, ਤੇ ਕਹਿੰਦੇ ਆ ਦੇ ਗੁੰਡਿਆਂ ਨੇ ਸ਼ਰਾਬਾਂ ਪੀਤੀਆਂ। ਇਹ ਪੂਰੀ ਤਿਆਰੀ ਚ ਰਹਿੰਦੇ ਸੀ। ਤੇ ਜਦੋਂ ਮਹੰਤ ਨੂੰ ਪਤਾ ਲੱਗਾ ਕਿ ਇਹ ਸੰਤ ਸਿੰਘ ਦੇ ਬੱਚੇ ਆ, ਸੰਗਤ ਜੀ ਇਹਦੇ ਪੁੱਤ ਨੂੰ 6 ਸਾਲ ਦੇ ਨੂੰ ਪੱਥਰ ਛਾਤੀ ਨਾਲ ਬੰਨ ਕੇ ਸਰੋਵਰ 'ਚ ਡੋਬ ਕੇ ਮਾਰਿਆ। 6 ਸਾਲ ਦੇ ਪੁੱਤ ਨੂੰ। ਕੀ ਉਹਦਾ ਕੀ ਕਸੂਰ ਸੀ? ਕਿਹੜੇ ਪਾਪ ਕੀਤੇ ਉਹਨੇ? 13 ਸਾਲ ਦੀ ਧੀ ਦੀ ਇਹਨਾਂ ਨੇ ਇੱਜ਼ਤ ਰੋਲ ਕੇ ਰੱਖਤੀ ਗੁਰਦੁਆਰਿਆਂ 'ਚ। ਹੁਣ ਜਦੋਂ ਆ ਕੁਝ ਹੋਇਆ ਤੇ ਕਿਉਂ ਨਾ ਦਹਾੜਾ ਮਾਰਦੀ ਜਾ ਕੇ ਮਾਂ ਅਕਾਲ ਤਖਤ ਸਾਹਿਬ, ਕਿੱਥੇ ਸੌਂ ਗਏ ਹੋ? ਮੇਰੀ ਧੀ ਦੀ, ਮੇਰੇ ਪੁੱਤ ਨੂੰ ਇਹਨਾਂ ਨੇ ਮਾਰ ਦਿੱਤਾ ਡੋਬ ਕੇ, ਤੇ ਧੀ ਦੀ ਪੱਤ ਰੋਲੀ। ਸੱਚ ਜਾਣਵੇ 24 ਜਨਵਰੀ ਦੀ ਘਟਨਾ ਹੈ, ਛਾਵਾਂ ਨਹੀਂ ਪਈਆਂ। ਤੇਜਾ ਸਿੰਘ ਭੁੱਚਰ ਜਥੇਦਾਰ ਹੈ, ਤੇ ਮੈਂ ਕਹਿੰਦਾ ਸੱਦ ਕੇ ਜਾਓ, ਇਹਦਾ ਪਿਤਾ ਆਇਆ, ਟ੍ਰੇਨ ਦਾ ਕਿਰਾਇਆ ਦਿੱਤਾ। ਤੇ ਇੱਕ ਗੱਲ ਕੀ ਪੁੱਤ, ਐਵੇਂ ਤੈਨੂੰ ਆਗੂ ਨਹੀਂ ਬਣਾਇਆ, ਜੇ ਕੁਰਬਾਨੀਆਂ ਵੀ ਦੇਣੀਆਂ ਪੈਣ ਤੇ ਦੇ ਜਾ ਕੇ। ਕੱਲ ਤੱਕ ਤਰਨਤਾਰਨ ਸਾਹਿਬ ਸਿੱਖਾਂ ਦੇ ਹਵਾਲੇ ਹੋਣਾ ਚਾਹੀਦਾ। 40 ਸਿੰਘਾਂ ਦਾ ਜਥਾ, ਕਰਤਾਰ ਸਿੰਘ ਆਪਣੇ ਝੱਬਰ ਜੀ, ਤੇਜਾ ਸਿੰਘ ਭੁੱਚਰ, ਲਛਮਣ ਸਿੰਘ, ਦਲੀਪ ਸਿੰਘ ਸਾਹੋਵਾਲ ਆਦਿਕ, ਇਹ ਜਿਹੜੇ ਜੁਝਾਰੂ ਜਾਂਦੇ ਨੇ, ਹਜ਼ਾਰਾ ਸਿੰਘ, ਹੁਕਮ ਸਿੰਘ। ਸੰਗਤ ਜੀ ਇਧਰ ਜਦੋਂ ਇਹ ਜਥਾ ਪਹੁੰਚਿਆ ਨਾ, ਦੂਜੇ ਪਾਸੇ ਮਹੰਤਾਂ ਨੇ ਪੂਰੀ ਤਿਆਰੀ ਕੀਤੀ ਕਿ ਬਾਹਰ ਪਾਸੋਂ ਇਹਨਾਂ ਨੂੰ ਕਹੋ ਕਿ ਕੋਈ ਗੱਲ ਨਹੀਂ, ਆਓ ਬਹਿ ਕੇ ਗੱਲ ਕਰੋ, ਤੇ ਜਦੋਂ ਦਾਬ ਪਏ ਇਹਨਾਂ ਨੂੰ ਜਿਉਂਦਿਆਂ ਕਿਸੇ ਨੂੰ ਨਾ ਜਾਣ ਦਿਓ, ਇੱਥੇ ਹੀ ਮਾਰ ਮੁਕਾਓ। ਪੂਰਾ ਦਿਨ ਕਹਿੰਦੇ ਆ ਇਹਨਾਂ ਨੇ 2 ਘੰਟੇ ਜਾ ਕੇ ਕੀਰਤਨ ਸੁਣਿਆ ਪਿਆਰ ਨਾਲ। ਇਹਨਾਂ ਨੇ ਇਹ ਮਤਾ ਪਾਇਆ ਕਿ ਕਿਸੇ ਹੱਥ ਨਹੀਂ ਚੱਕਣਾ, ਕਿਸੇ ਅੱਗੋਂ ਵਾਰ ਨਹੀਂ ਕਰਨਾ। ਮੈਂ ਕਹਿੰਦਾ ਇਹ ਤੁਕ ਜੋ ਅਸੀਂ ਪੜ੍ਹਦੇ ਹਾਂ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰਿਆ ਘੁੰਮ, ਤੇ ਬਾਣੀ ਦੀ ਵਿਆਖਿਆ ਸਿੱਖੀ ਕਰਕੇ ਗਏ। ਕਹਿੰਦੇ ਸਿੱਖਾਂ ਕੀਰਤਨ ਸੁਣਿਆ, ਲੰਮੀ ਮੀਟਿੰਗ ਹੋਈ ਕਿ ਜੇ ਤੁਸੀਂ ਗੁਰਦੁਆਰਾ ਦੇ ਪ੍ਰਬੰਧ ਸੰਭਾਲਣੇ ਆ, ਕਿਉਂਕਿ ਸਿੱਖ ਦਰਿਆ ਦਿਲੀ ਵੀ ਬੜੇ, ਤੇ ਤੁਸੀਂ ਬੇਸ਼ੱਕ ਸੰਭਾਲੋ ਪਰ ਆਕ੍ਰਿਤੀਆਂ ਬੰਦ ਕਰ ਦਿਓ। ਹੁਣ ਇਹਨਾਂ ਨੇ ਸ਼ਾਮ ਤੱਕ ਸਮਾਂ ਮੰਗਿਆ ਕਿ ਅਸੀਂ ਕੋਈ ਫੈਸਲਾ ਕਰਕੇ ਇਸ ਵਿਚਾਰ ਤੇ ਤੁਹਾਡੇ ਨਾਲ ਬੇਨਤੀ ਕਰਦੇ ਆ। ਸ਼ਾਮਾਂ ਨੂੰ ਜਦੋਂ ਫੈਸਲਾ ਕਰਨਾ ਹੈ,
संगत जी इन्हां ने कहंदे आ जिहड़े हत्थ बंब हुंदे इन्हां पहला वो सुट्टिया ते वो सुट्टण तो बाद बहुत ज़्यादा धुआं चलिया, सिखां च हफड़ा दफड़ी पई क्योंकि होर भी संगतां आईयां। वो सारियां जदों रोल घचोला पिया ते इन्हां ने हुण गोलियां भराईयां, इन्हां ने हुण किरपानां चलाईयां, इन्हां ने टकवे चलाए, इन्हां ने हुण गंडासे चलाए। ते एक गल ध्यान दे नाल सुनियो, रात नूं 9 वज गए आ, लथ पत होया पिया तरनताਰਨ साहब दे सरोवर दियां प्रकरमां ते दरबार ते कहंदे आ 9 वजे भाई हजारा सिंह उम्र केवल 25 साल ते मां दा कल्ला कल्ला पोते, इन्ने आके 9 वजे मत्था टेकिया तरनताਰਨ साहब अंदर दरबार दे मत्था टेकदे दे कहंदे आ ढिड दे विचों कृपान आर पार करके ते 2 पीस करते इन्हां जालमां ने। ये पहला शहीद है इस मूवमेंट का जो असीं साका सुनते पे आ। तरनताਰਨ साहब चो पहला शहीद ये आली जिहड़ा आपां जदों इन्हां दा पढ़दे आ जीवन, अमृतसर दे नेड़े एक पिंड है ते उथों दे ये रहण वाले सी अलादीनपुर दे। कहंदे आ 25 साल दा हजारा सिंह शहीद हुंदा है ते माण महसूस करियो ਇਹਦੇ ਵਿੱਚ ਹੀ ਜਿਹੜਾ ਦੂਜਾ ਸਿੰਘ ਸ਼ਹੀਦ ਹੋਇਆ ਇਹ ਕੋਟ ਬਸਾਓ ਜ਼ਿਲ੍ਹਾ ਗੁਰਦਾਸਪੁਰ ਦਾ ਭਾਈ ਹੁਕਮ ਸਿੰਘ ਸ਼ਹੀਦ ਹੋਇਆ। 25 ਤਰੀਕ ਨੂੰ ਇਹ ਭਾਣੇ ਵਾਪਰੇ ਤੇ ਖੂਨ ਦਿੱਤੇ ਬਿਨਾ ਆਜ਼ਾਦੀਆਂ ਕਿੱਥੇ ਸੰਗਤ, ਭਾਵੇਂ ਗੁਰਦੁਆਰੇ ਹੋਣ ਤੇ ਭਾਵੇਂ ਦੇਸ਼ ਦੀਆਂ ਸਰਹੱਦਾਂ ਹੋਵਣ। ਕਹਿੰਦੇ ਆ ਇਹ ਘਟਨਾ ਤੋਂ ਬਾਅਦ ਮਹੰਤ ਦੌੜ ਗਏ। ਹੁਣ ਉਹਨਾਂ ਨੂੰ ਪਤਾ ਸੀ ਹੁਣ ਅਸੀਂ ਜਵਾਬ ਕੀ ਦੇਾਂਗੇ ਕੱਲ ਨੂੰ। ਅਗਲੇ ਦਿਨ संस्कार होना ते भाई हजारा सिंह दी मां 25 साल उम्र चढ़दी जवानी दा जदा पुत गया होवे, कहंदे अज संस्कार होण लग्या ते मां कहन लगी मैनू पुत दा आखिरी बार मुंह देखण दिओ। ते साडे कौम दे जथेदार जिन्ने आगू सरदार वो कहन लगे नहीं ये तो झल्लिया नहीं जाना सदमा ते इन्हूं तुसीं मुंह ना देखण दिओ। इन्हें रोला पाया कि मैं शहीद दी मां एक बार मुंह तां देखण दिओ, मैं बिल्कुल विरलाप नहीं करदी। कहंदे आ जदों इन्हें अपनी पुत दा कफन चुक के मुंह वेख्या, छाती नाल लाया ते कलगीधर पिता नूं एक गल बड़े मान नाल कही, कहंदी बाजा वालिया मरना ते इन्हें सी पर अज मेरी दुध दी लाज रखी, तेरे गुरुद्वारे नूं आजाद कराउंदिया शहीद होया, मैनूं फकर है अपने पुत ते। ए मां ते जदों ये गल मां ने कही ते चिखा दे उत्ते जकारे छड्डे गए सी भाई हजारा सिंह दे। ਇਹ शहीद होया संस्कार हुण ਇਹਦੇ भोग ਦੇ ਉੱਤੇ ਇੱਥੋਂ ਫਿਰ ਤੁਸੀਂ ਸੁਣਿਓ ਧਿਆਨ ਦੇ ਨਾਲ। ਇਹਦੇ ਭੋਗ ਦੇ ਉੱਤੇ ਸਾਰਿਆਂ ਨੇ 2-2 4-4 ਮਿੰਟ ਲਏ ਤੇ ਸੰਗਤ ਦੇ ਭੋਗ ਤੇ ਲక్ష్మణ ਸਿੰਘ ਧਾਰੋਵਾਲ ਬੋਲਿਆ। ਉਹਨੇ ਪਹਿਲਾਂ ਤੇ ਇਹ ਵੀ ਦੱਸਿਆ ਕਿ ਕਿਉਂਕਿ ਧਾਰੋਵਾਲ ਨਾ ਉਦੋਂ ਬਹੁਤ ਵੱਡਾ ਇੱਕ ਕਹਿ ਲਈਏ ਕਿ ਸਿੱਖ ਇੱਥੇ ਬਹੁਤ ਮੀਟਿੰਗਾਂ ਕਰਦੇ ਹੁੰਦੇ ਸੀ ਧਾਰੋਵਾਲ ਦੇ ਵਿੱਚ। ਇਹਨੇ ਇੱਕ ਗੱਲ ਕਹੀ, कहन लगा मैनू बहुतियां गल्लां नहीं करने आउंदियां, धन गुरु नानक सच्चे पातशाह ननकाना साहब असी आजाद कराउणा, मेरे ते तरस करके ननकाना साहब दे गुरुद्वारे नूं आजाद करावां, शहीदी दा गफा मेरी झोली च पा दे। मंग के भाई धारोवाल जिहड़ा लक्ष्मण सिंह धारोवाली ਜਿਹੜੀ ਆ ਉਹ ਇਹ ਦਾਤ ਗੁਰੂ ਕੋਲੋਂ ਮੰਗਦਾ। ਖੈਰ ਸੰਗਤ ਜੀ ਭੋਗ ਪਿਆ। ਇਹ ਘਟਨਾ 1920 ਤੇ 21 ਦੀ ਮੈਂ ਕੀਤੀ। ਥੋੜਾ ਜਿਹਾ ਤੁਸੀਂ ਹੁਣ ਨਨਕਾਣਾ ਸਾਹਿਬ ਨੂੰ ਆਪਾਂ ਚਾਲੇ ਪਾਉਣੇ ਆ ਤੇ ਕੁਝ ਕੁ ਘਟਨਾਵਾਂ ਕਹਿ ਕੇ ਫਿਰ ਅਗਲੀ ਅਸੀਂ ਕੱਲ ਨੂੰ ਸ਼ੁਰੂਆਤ ਕਰਾਂਗੇ। ਨਨਕਾਣਾ ਸਾਹਿਬ ਦੇ ਵਿੱਚ ਨਰੈਣੂ ਮਹੰਤ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਵੱਡੇ ਦੀ 2 ਨਾਂ ਹੋਰ ਆਉਂਦੇ ਆ ਜਿਨ੍ਹਾਂ ਦਾ ਅਸੀਂ ਦੇਖਦੇ ਆ, ਕਿਸ਼ਨ ਦਾਸ ਤੇ ਇਹਨਾਂ ਤੋਂ ਇੱਕ ਵੱਡਾ ਹੋਰ ਸੀ। ਕਹਿੰਦੇ ਆ इन्हां ने की कीता, रज के गुरुद्वारियां दी बेपत्ती कीती आ। रज के मतलब जो भी इन्हां तो होया वो गल्लां वार-वार रिपीट करदियां चंगियां लगदियां कि नाच कराउणे, शराबां, गुंडे पालने ते इथों तक कि विछावां रख के ते उथों दुर्वरतों करनी गुरुद्वारे दे धान दी। आखिरकार इन्हां दा जदों ये मरदा है ते उस तो बाद किशन दास दे हत्थ ये अगवाई आउंदी। इहने अपने भतीजे दे विआह दे कहंदे आ ननकाना साहब कंजरियां दा नाच करवाया। आखिरकार हुण ये तां सच है, गुरुद्वारे दियां खाणियां सौखियां पचदियां बहुत औखियां ने, भावें कोई भी आ, ये सच है। कहंदे आ ये मौत मंगदा सी ते इहनूं मौत नहीं सी मिलदी, शरीर ते कीड़े पै चुके सी, इहदे विलदा सी मंजे ते। इन्ने पाप इन्ने कीते।
ਹੁਣ ਇਹਦੀ ਜੇਬ ਚੋਂ ਚਾਬੀਆਂ ਲੈ ਕੇ ਨਰੈਣ ਦਾ ਜਿਹੜਾ ਨਰੈਣੂ ਮਹੰਤ ਅਸੀਂ ਕਹਿੰਦੇ ਆ, ਇਹਨੇ ਸਿੱਖਾਂ ਨਾਲ ਜਾ ਕੇ ਵਾਰਤਾਲਾਪ ਕਰਕੇ ਕਿਹਾ ਕਿ ਮੈਂ ਵਧੀਆ ਤਰੀਕੇ ਨਾਲ ਪ੍ਰਬੰਧ ਗੁਰਦੁਆਰੇ ਦਾ ਸੰਭਾਲਾਂਗਾ। ਖੈਰ ਇਹਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪ੍ਰਬੰਧ ਸੰਭਾਲਿਆ। ਹੁਣ 3-4 ਘਟਨਾਵਾਂ ਸੁਣਿਓ ਜਿਨ੍ਹਾਂ ਕਰਕੇ ਫਿਰ ਇਹ ਸਾਕਾ ਹੋਇਆ। ਮੈਂ ਸ਼ੁਰੂ 'ਚ ਇੱਕ ਬੇਨਤੀ ਕੀਤੀ ਕਿ ਇਹ ਸਾਂਭੀਆਂ ਗਈਆਂ, ਗੁਪਤ ਗਿਣੀਆਂ ਹੋਈਆਂ, ਉਹਨਾਂ ਦੀ ਗਿਣਤੀ ਕੋਈ ਨਹੀਂ। ਇੱਕ ਭਾਈ ਵਰਿਆਮ ਸਿੰਘ ਜੀ ਹੋਏ ਆ, ਜਿਨ੍ਹਾਂ ਨੂੰ ਗੇਰੂ ਰੰਗ ਦੇ ਕੱਪੜੇ ਪਵਾ ਕੇ ਮਹੰਤਾਂ ਦੇ ਵੇਸ ਵਿੱਚ ਕਰਤਾਰ ਸਿੰਘ ਝੱਬਰ ਨੇ ਸੂਈਆ ਬਣਾ ਕੇ ਨਾ ਤੇ ਇੱਥੇ ਨਨਕਾਣਾ ਸਾਹਿਬ ਰੱਖਿਆ ਹੋਇਆ ਸੀ ਕਿ ਇੱਕ ਉੱਥੋਂ ਦੀ ਖਬਰ ਇੱਧਰ ਭੇਜਣੀ ਆ। ਹੁਣ ਇਹ ਘਟਨਾਵਾਂ ਜਿਹੜੀਆਂ ਸਾਰੀਆਂ ਹੁੰਦੀਆਂ ਪਈਆਂ ਨੇ ਤੇ ਕਹਿੰਦੇ ਆ ਕਿ ਫਿਰ ਹੋਇਆ ਕਿ ਜਦੋਂ ਇਹ ਬੈਠਿਆ ਤੇ ਇਹਨੇ ਵੀ ਥੋੜਾ ਸਮਾਂ ਚੰਗੇ ਕੰਮ ਕੀਤੇ, ਬਾਅਦ ਵਿੱਚ ਇਹ ਵੀ ਫਿਰ ਉਦਾਂ ਹੀ ਇਹਨੇ ਇੱਕ ਤੇ ਚਲੋ ਇਹ ਗੱਲ ਹੁਣ ਕਹਿਣੇ ਪੈਣੀ, ਲਾਹੌਰ ਦੇ ਵਿੱਚ ਵੀ ਇਹਨੇ ਆਪਣੀ ਐਸ਼ਪ੍ਰਸਤੀ ਲਈ ਇੱਕ ਔਰਤ ਰੱਖੀ। ਨਨਕਾਣਾ ਸਾਹਿਬ ਵੀ ਇੱਕ ਮਰਾਸਨ ਇਹਨੇ ਰੱਖੀ ਸੀ ਐਸ਼ਪ੍ਰਸਤੀ ਦੇ ਲਈ। ਇਹਨੇ ਹਰ ਸਮੇਂ ਪਿੰਡਾਂ ਚੋਂ 400 ਗੁੰਡੇ ਆਪਣੇ ਨੇੜੇ ਤੇਰੇ ਰੱਖਣੇ, ਪਠਾਨ ਰੱਖਣੇ, ਜਿਨ੍ਹਾਂ ਦੀਆਂ ਹਾਜ਼ਰੀਆਂ ਜੇਲ੍ਹਾਂ 'ਚ ਲੱਗਦੀਆਂ ਹੁੰਦੀਆਂ ਸੀ, ਉਹ ਬੰਦੇ ਨੇ ਗੁਰਦੁਆਰਿਆਂ 'ਚ ਪਾਲ ਕੇ ਰੱਖਣੇ। ਇਦਾਂ ਦਾ ਜਿਹੜਾ ਸਿਸਟਮ ਗੁਰਦੁਆਰਿਆਂ ਦਾ ਬਣਾਇਆ। ਸਨ 1917 ਦੇ ਵਿੱਚ ਇਹਨੇ ਗੁਰਦੁਆਰੇ ਕੰਜਰੀਆਂ ਨਚਾਈਆਂ ਤੇ ਇਹ ਘਟਨਾ ਹੁਣ ਇਹਦੀ ਪਹਿਲੀ ਸੀ। ਸਿੱਖਾਂ ਨੂੰ ਸੁਨੇਹਾ ਪਹੁੰਚਿਆ, ਉਹਨਾਂ ਨੇ ਇੱਕ ਚਿੱਠੀ ਲੈ ਕੇ ਭੇਜੀ ਕਿ ਬਾਜ ਆ ਇਹਨਾਂ ਹਰਕਤਾਂ ਤੋਂ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਗੱਲਾਂ 'ਚ ਨੇ ਟਾਲ ਦੇਣਾ, ਹੁਣ ਨਹੀਂ ਕਰਦਾ ਜੀ। 1918 ਦਾ ਸਮਾਂ ਆਇਆ। ਸੰਗਤ ਜੀ ਇਹ ਜਿਹੜੀ ਘਟਨਾ ਹੈ ਨਾ, ਇਹ ਤੋਂ ਪਹਿਲਾਂ ਇੱਕ ਘਟਨਾ ਹੋਈ। ਪੋਠੋਹਾਰ ਦਾ ਇੱਕ ਸਿੰਘ ਏ, ਉਹਦਾ ਨਾਮ ਬੂਟਾ ਸਿੰਘ ਕਰਕੇ ਆਇਆ। ਕਹਿੰਦੇ ਇਹ ਆਇਆ ਗੁਰਦੁਆਰਾ ਸਾਹਿਬ, ਇਸ਼ਨਾਨ ਕੀਤਾ ਨਨਕਾਣਾ ਸਾਹਿਬ ਇਹਨੇ। ਮੈਂ ਫਿਰ ਬੇਨਤੀ ਕਰਾਂ, ਨਨਕਾਣਾ ਸਾਹਿਬ ਉਹ ਗੁਰਦੁਆਰਾ ਹੈ ਜਿੱਥੇ ਬਾਬੇ ਨਾਨਕ ਨੂੰ ਕਦੇ ਰੁੱਖ ਛਾਂ ਕਰਦੇ ਤੇ ਛਾਂ ਨਹੀਂ ਘੁੰਮਦੀ, ਕਦੇ ਸੱਪ ਛਾਂ ਕਰਦੇ ਆ ਕਿ ਧੁੱਪ ਪੈਂਦੀ ਆ ਛਾਂ ਕਰਦੇ। ਇਹ ਉਹ ਗੁਰਦੁਆਰਾ ਜਿੱਥੋਂ ਦਾ ਰਾਜਾ ਖੁਦਾ ਜਾਣ ਕੇ ਮੱਥਾ ਟੇਕਦਾ। ਇਹ ਗੁਰਦੁਆਰਾ ਉਹ ਆ ਜਿੱਥੇ ਦੌਲਤਾਂ ਦੀ ਭੁੱਖ ਦੂਰ ਹੋਈ ਆ। ਇਹ ਉਹ ਗੁਰਦੁਆਰਾ ਹੈ ਜਦੋਂ ਬਾਹ ਫੜੀ ਸੀ ਪਿਤਾ ਕਾਲੂ ਦੀ, ਸਭ ਕੁਝ ਗਨਾਣ ਤੋਂ ਬਾਅਦ ਕਿਹਾ ਸੀ ਰਾਏ ਬੁਲਾਰ ਨੇ, ਮੇਰੀ ਤਲਵੰਡੀ ਵਸਦੀ ਆ ਤੇ ਤੇਰੇ ਪੁੱਤ ਕਰਕੇ ਵਸਦੀ ਆ। ਇਹ ਉਹ ਗੁਰਦੁਆਰਾ। ਕਹਿੰਦੇ ਆ ਅੱਜ ਜਦੋਂ ਇਹ ਸਿੱਖ ਨੇ, ਅੰਮ੍ਰਿਤਧਾਰੀ ਸਿੱਖ ਸੀ, ਇਹਨੇ ਇਸ਼ਨਾਨ ਕੀਤਾ ਤੇ ਕਕਾਰ ਭਾਂ ਲੱਗਾ ਨਾ, ਤੇ ਕਹਿੰਦੇ ਮਹੰਤਾਂ ਦੇ ਗੁੰਡਿਆਂ ਨੇ ਦੇ ਕਕਾਰ ਖੋਏ ਤੇ ਭੱਜ ਗਏ। ਇਹਨੇ ਤਰਲੇ ਪਾਏ, ਕਹਿਣ ਲੱਗਾ ਇਹ ਮੇਰੇ ਗੁਰੂ ਦੇ ਕਕਾਰ ਨੇ, ਮੈਂ ਗੁਰੂ ਨੂੰ ਪਿਆਰ ਕਰਦਾ। ਇਹ ਕਹਿੰਦੇ ਕਿ ਜੇ ਕਕਾਰਾਂ ਨੂੰ ਸਾਂਭਣਾ, ਸਿੱਖੀ ਨੂੰ ਸਾਂਭਣਾ, ਤੇ ਇੱਥੇ ਕੀ ਲੈਣ ਆਉਂਦੇ ਹੋ, ਹੋਰ ਗੁਰਦੁਆਰਿਆਂ 'ਚ ਜਾਓ। ਮਤਲਬ ਇਹਦੀ ਬੇਪੱਤੀ ਕੀਤੀ ਗਈ। ਇਹ ਵੀ ਸ਼ਿਕਾਇਤ ਜਿਹੜੀ ਵਰਿਆਮ ਸਿੰਘ ਨੇ ਚਿੱਠੀਆਂ ਦੇ ਰਾਹੀਂ ਭੇਜਿਆ ਕਰਨੀ। ਹੁਣ 1918 ਦੇ ਵਿੱਚ ਤਰੀਕਾਂ ਵੀ ਤੁਸੀਂ ਇਹ ਯਾਦ ਰੱਖਿਓ, ਇੱਕ ਸਿੰਧੀ ਜੱਜ ਹੋਇਆ, ਸਿੰਧ ਹੈਦਰਾਬਾਦ ਪਾਕਿਸਤਾਨ 'ਚ। ਇਹ ਗੁਰੂ ਨਾਨਕ ਨੂੰ ਬੜੇ ਪਿਆਰ ਕਰਦੇ ਜਿਹੜੇ ਸਿੰਧੀ ਹੁੰਦੇ ਨੇ। ਕਹਿੰਦੇ ਨੇ ਇਮਾਨਦਾਰੀ ਦੇ ਨਾਲ ਜੱਜ ਦੀ ਨੌਕਰੀ ਕੀਤੀ, ਬਾਬੇ ਦੀ ਬਾਣੀ ਪੜ੍ਹਨੀ ਤੇ ਅਰਦਾਸ ਕਰਨੀ ਕਿ ਜਦੋਂ ਰਿਟਾਇਰ ਹੋਵਾਂ ਸਤਿਗੁਰੂ ਜੀ ਸਭ ਤੋਂ ਪਹਿਲਾਂ ਤੇਰੇ ਘਰ ਜਾ ਕੇ ਸ਼ੁਕਰ ਕਰਨਾ। ਸਾਡੀ ਵੀ ਇਦਾਂ ਹੁੰਦੀ ਆ, ਸਾਡੇ ਪਿੰਡਾਂ 'ਚ ਕੋਈ ਰਿਟਾਇਰ ਆਵੇ, ਖੁਸ਼ੀ ਬਹੁਤੀ ਆਵੇ, ਆਪਾਂ ਸ਼ੁਕਰ ਪਹਿਲਾਂ ਗੁਰੂ ਦਾ ਕਰਦੇ ਆ। ਕਹਿੰਦੇ ਆ ਇਹ ਆਪਣੇ ਇੱਕ ਧੀ ਦੇ ਨਾਲ, ਪਤਨੀ ਦੇ ਨਾਲ ਜਿਹੜਾ ਸੀ ਨਨਕਾਣਾ ਸਾਹਿਬ ਗਿਆ, ਰਿਟਾਇਰ ਹੋ ਕੇ ਖੁਸ਼ੀਆਂ ਦੇ ਨਾਲ ਗਿਆ। ਤੇ ਮਹੰਤ ਨੂੰ ਜਾ ਕੇ ਕਹਿੰਦਾ ਕਿ ਰਾਤ ਮੈਂ ਇੱਥੇ ਰੁਕਣਾ, ਸਵੇਰੇ ਮੈਂ ਇੱਥੋਂ ਚਾਲੇ ਪਾਵਾਂਗਾ। ਕਹਿੰਦੇ ਦਿਨੇ ਸੇਵਾ ਕੀਤੀ ਤੇ ਜਦੋਂ ਰਾਤ ਤੋਂ ਇਹਨਾਂ ਨੂੰ ਕਮਰਾ ਰਹਿਣ ਨੂੰ ਦਿੱਤਾ। ਹੁਣ ਜਿਹੜਾ ਕਮਰਾ ਦਿੱਤਾ ਉੱਥੇ ਹਨੇਰਾ ਬਹੁਤ, ਲਾਈਟ ਦਾ ਪ੍ਰਬੰਧ ਕੋਈ ਨਹੀਂ। ਇਹਨੇ ਜਾ ਕੇ ਬੇਨਤੀ ਕੀਤੀ ਕਿ ਨਰੈਣ ਦਾਸ ਜੀ ਤੁਸੀਂ ਕੋਈ ਦੀਵੇ ਬੱਤੀ ਦਾ ਪ੍ਰਬੰਧ ਕਰ ਦਿਓ। ਕਹਿੰਦੇ ਦੀਵਾ ਤੇ ਦਿੱਤਾ ਪਰ ਉਹਦੇ ਵਿੱਚ ਤੇਲ ਕੋਈ ਨਹੀਂ ਹੈਗਾ। ਹੁਣ ਜਦੋਂ ਇਹਨੇ ਬੇਨਤੀ ਕੀਤੀ ਇਕੱਲਾ ਦੀਵਾ, ਤੇ ਨਰੈਣ ਨੂੰ ਕਹਿਣ ਲੱਗਾ ਆਪਣੀ ਧੀ ਨੂੰ ਭੇਜ, ਅਸੀਂ ਤੇਲ ਦੇ ਕੇ ਭੇਜ ਦਿੰਨੇ ਆ। ਸੰਗਤ ਜੀ ਪੂਰੀ ਰਾਤ ਇਹਨਾਂ ਨੇ ਧੀ ਦੀ ਪੱਤ ਰੋਲ ਕੇ ਰੱਖਤੀ। ਧੀ ਨੇ ਰੋ ਕੇ ਜਦੋਂ ਦੱਸਿਆ ਕਿ ਪਿਤਾ ਜੀ ਆਹ ਕੁਝ ਹੋਇਆ, 13 ਸਾਲ ਉਮਰ ਸੀ ਕੇਵਲ ਧੀ ਦੀ, ਤੇ ਇਹਨਾਂ ਨੇ ਚੀਕਾਂ ਮਾਰੀਆਂ, ਦਹਾੜਾ ਮਾਰੀਆਂ। ਨਰੈਣ ਨੂੰ ਕਹਿੰਦਾ ਜੇ ਰੋਲਾ ਪਾਇਆ ਤੇ ਪੂਰੇ ਪਰਿਵਾਰ ਨੂੰ ਵੱਢ ਕੇ ਇੱਥੇ ਲਾਂਬੂ ਲਾ ਦਾਂਗਾ, ਭਿਣਕ ਨਹੀਂ ਲੱਗਣ ਦਾਂਗਾ, ਚੁੱਪ ਕਰ ਜਾਓ। ਕਹਿੰਦੇ ਫਿਰ ਧੀ ਨੂੰ ਲੈ ਗਿਆ। ਇਹਨਾਂ ਤਰਲੇ ਪਾਏ, ਲੱਤਾਂ ਫੜੀਆਂ ਕਿ ਛੱਡ ਦੇ। ਕਹਿੰਦਾ ਸਵੇਰੇ ਸਟੇਸ਼ਨ ਤੇ ਮਿਲ ਜੂਗੀ, ਪੂਰੀ ਰਾਤ ਨਹੀਂ ਦਿੰਦੇ। ਸੰਗਤ ਜੀ ਆਹ ਕੁਝ ਕਿੱਥੇ ਹੋ ਰਿਹਾ? ਗੁਰਦੁਆਰਿਆਂ ਦੇ ਵਿੱਚ ਹੋ ਰਿਹਾ। ਮੈਨੂੰ ਭਾਈ ਗੁਰਦਾਸ ਦਾ ਉਹ ਪਵਿੱਤ ਮੈਂ ਇੱਥੇ ਕਹਿਣਾ ਚਾਹੁੰਦਾ, ਜਿਹੜਾ ਭਾਈ ਗੁਰਦਾਸ ਜੀ ਦੇਖੋ ਉਹਨਾਂ ਨੇ ਬੜੀ ਸੋਹਣੀ ਤਰਕ ਨਾਲ ਗੱਲ ਕੀਤੀ। ਕਹਿੰਦੇ ਅੱਗ ਬਾਹਰ ਲੱਗੀ ਹੋਵੇ ਨਾ
ते पानी पाओ ते अग बुझ जाती आ। ते कहंदे कमाल दी गल, जे बेड़ी पानी च चलदी पई आ ते पानी दे विचों ही बेड़ी नूं अग लग जे ते बेचारी बेड़ी किहनूं कहेगी हुण मैनूं बचा लै, क्योंकि बाहर अग लगदी ते पानी नाल बुझा लैंदे, पर बेड़ी पानी च चल रही है ते पानी दे विचों ही बेड़ी नूं अग लग गई। इस तरीके नाल समझो उस गल। कहंदे एक बंदे नूं लुटेरे पै गए आ, तड़वाई पै गए आ ते ओह बंदा दौड़िया जांदा किले दे विच वड़ जांदा कि मैं इत्थे बच जांगा। भाई गुरदास कहंदे बाहरों लुटण पए धाड़वी, किले च जाके वड़िया ते जे किले दा मालिक ही लुट ले ते बंदा जावे कित्थे हुण। तीजी उदाहरण दे के कहंदे एक बंदे नूं चोर पै जाण ते चोरां तो बचण दे लई ओह बंदा राजे कोल जावे कि राजा मैनूं बचा लै। कहंदा जांदियां नूं राजा ही कपड़े ला ले ते बेचारे बंदे दा बना की। इदां तीन उदाहरणां दे के भाई गुरदास कहंदे दुनिया दे लोगो, अग बाहर लगी होवे ते पानी नाल बुझ जांदी है, जे पानी चों बेड़ी नूं अग लगे ते किवें बुझाईए। लुटेरे पैण ते किले दा आसरा लईए, किले वाले लुट लैण ते किधर नूं जाईए। पिछों बंदे पैण ते राजे कोल पनाह मंगीए, अगों जांदे नूं राजा घेर ले कित्थे जाईए। ओह इज्जतां दी राखी लई गुरद्वारियां चाहने आ, सुखां दे लई गुरद्वारियां चाहने आ, कलेशां तो बचण लई गुरद्वारियां चाहने आ ते अगे जांदे नूं गुरद्वारियां च इज्जतां रुलदियां ते कित्थे जाके सुख मंगीए। देखो भाई गुरदास दा तर्क। भाई गुरदास ने उत्थे कहा बाहर की अगन बूझत जल सरता, क्या नाव में जो अगन लग गया कैसे क्या बुझाई है। ते दूजी उदाहरण दे के कहंदे बाहर से भाग ओट लीजिए ते कोट गढ़, गढ़ में जो लूट लीजिए कहो कत जाइए, गढ़ मीनस किला। तीजी उदाहरण दे के कहंदे चोरन कै त्रास जाए शरण गह नरिंद, त्रास डर चोरां दा नरिंद राजे नूं मारे महीपत, ते जे राजा ही अगों मार दे जियो कैसे कै बुझाई है। माया डर डरपत हार गुरुद्वारे आवे, ओए असी माया तो डरदे गुरुद्वारे आउने आ, लोकां च हाहाकार मची आ। कहंदे ताहां जो माया व्यापै ते कैसे कै बुझाईए। कहंदे जे ओथे ही माया व्याप जे ते जिंद नूं कित्थे समाईए। माया डर डरपत हार गुरुद्वारे आवे, ताहां जो माया व्यापै। ते अगे फिर भाई जी कहंदे कहो कत जाइए, दसो कित्थे जाके बची। हुण ये जदों घटनावां होईयां ना ते 1919 विच, क्योंकि 18 च घटना हुई ते 18 च एक घटना होर हुई। पूर्णमासी नूं पिंड दा नाम है जड़ां वाला, इत्थों 6 बीबियां ननकाना साहब आईयां। क्योंकि मैं संगत कारण पता होवे ते फिर ही होवे कि साका क्यों होया, सानू पता होना चाहिए ना क्यों गुरुद्वारा नूं छडाउण दी गुरुद्वारा सुधार लहर दा ये शुरुआत करनी पई। इन्हां 6 बीबियां ने पूर्णमासी ते इशनान कीता, रज के सेवा कीती ते रात नूं गईयां। ट्रेन मिस हो गई ते रात नूं फिर आ गईयां कि चलो गुरुद्वारे रात लै लैने आ ते कल चले जावांगे। इन्हां ने रात कमरे लए, फिर वो भाणे वापरे कि इन्हां दियां इज्जतां रोलियां उत्थे बीबियां दियां। हुण ये सारियां गल्लां जिहड़ा सुईया है ना वरियाम सिंह वो भेजदा पिया चिट्ठियां राही कि आ कुछ हो रहा। एक मैं बेनती करा कि ये घटनावां तो बाद सिख चुप नहीं रहते रहे, पर मीटिंगां राही चिट्ठियां राही चलना कि उन्होंने पता सी गोरियां दी सरकार इन्हां दे हाथ च। इत्थों तक अखबारां च सिखां ने कढाया, पर किसे ते कोई कार्रवाई नहीं हुई। ना अज सरकारां करदियां ना उदों, तुसीं मिल के चली चलो, जो मर्जी करी चलो। सो जदों इन्हां बीबियां दी पत रोली, कंजरियां नचाइयां, ककारां दी बेदबी होई, जज दी धी दी पत रोली, आ सारियां घटनावां साडे अखां दे सामने। 1919 विच पाकिस्तान च एक नगर है डींगा, उत्थे एक बहुत वड्डी सिख कॉन्फ्रेंस हुंदी है। ओहदे विच हुण इह जज सिंधी पहुंचदा है, इन्हें जाके समा मंगिया ते 3 बार एक गल कही, ओ सिखो कित्थे मर गए हो तुसीं। फिर क्या सिखो कित्थे मर गए हो। तीजी बारी जदों फिर क्या ते सिख कहंदे होया कि रो के कहन लगा मैं इज्जत दे नाल ईमानदारी नाल जज दी नौकरी करके शुकराना करन गुरुद्वारे गया। ओ तुहाडियां गुरुद्वारियां च ते इज्जतां दी राखी दी गल चलदी सी, मेरी 13 साल दी धी दी पत इन्हां गुंडियां ने नरैणुआं दे रोल के रख दी। संगत जी हुण इत्थे लक्ष्मण सिंह धारोवाल कहंदा गुरु जी जिउण दा फायदा ही की हुण, जे तेरे गुरुद्वारियां दे विच हाल होण लग पिया, इज्जतां दे राखे चुप करके बह जाण, जिउण दा मतलब की। इस घटना तो बाद संगत सिखां दे विच एक जोश पैदा हुंदा है।
3, 4 ਤੇ 5 ਮਾਰਚ ਨੂੰ ਇੱਕ ਬਹੁਤ ਵੱਡੀ ਮੀਟਿੰਗ ਕਹਿੰਦੇ ਨਨਕਾਣਾ ਸਾਹਿਬ ਰੱਖੋ। ਕਰਤਾਰ ਸਿੰਘ ਝੱਬਰ ਇਹ ਸਾਰਿਆਂ ਫੈਸਲਾ ਕੀਤਾ, ਉਹਦੇ ਵਿੱਚ ਮਾਸਟਰ ਤਾਰਾ ਸਿੰਘ ਹੋਰ ਵੀ ਆਦਿ, ਤੇ ਇਹਨੂੰ ਨਰੈਣ ਨੂੰ ਪਤਾ ਲੱਗ ਗਿਆ ਕਿ ਬਹੁਤ ਵੱਡੀ ਮੀਟਿੰਗ ਇੱਥੇ ਹੋਣੀ ਆ। ਇਹਨੇ ਇੱਕ ਮੀਟਿੰਗ ਕੀਤੀ ਕਰਤਾਰ ਸਿੰਘ ਝੱਬਰ ਨਾਲ, ਕਹਿੰਦਾ ਮੈਂ ਮੁਆਫੀਆਂ ਮੰਗਦਾ, ਜੋ ਕੁਝ ਹੋਇਆ ਅੱਗੇ ਤੋਂ ਆ ਕੁਝ ਨਹੀਂ ਹੋਵੇਗਾ, ਤੁਸੀਂ 3 ਸ਼ਰਤਾਂ ਮੇਰੀਆਂ ਮੰਨ ਲਓ, ਮੈਂ ਠੀਕ ਤਰੀਕੇ ਨਾਲ ਪ੍ਰਬੰਧ ਕਰੀ ਜਾਣਾ। ਉਹ 3 ਸ਼ਰਤਾਂ, ਪਹਿਲੀ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਆ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ, ਉਹਦਾ ਮੈਨੂੰ ਮੈਂਬਰ ਬਣਾਓ। ਦੂਜੀ ਇਹਨੇ ਕਿਹਾ ਕਿ ਜਿੰਨੀ ਵੀ ਜਾਇਦਾਦ ਆ ਉਹਦੇ ਵਿੱਚੋਂ ਮੈਨੂੰ ਹਿੱਸਾ ਮਿਲਣਾ ਚਾਹੀਦਾ, ਮੈਂ ਤਨਖਾਹ ਨਹੀਂ ਲੈਣੀ। ਤੀਜੀ ਇਹਨੇ ਜਿਹੜਾ ਹੁਕਮ ਕੀਤਾ ਕਿ ਮੈਨੂੰ ਇੱਥੋਂ ਕੱਢਿਆ ਨਾ ਜਾਏ। ਹੁਣ ਕਰਤਾਰ ਸਿੰਘ ਕਹਿੰਦਾ 2 ਗੱਲਾਂ ਤਾਂ ਮੈਂ ਤੇਰੀਆਂ ਮਨਾ ਸਕਦਾ ਬੇਨਤੀ ਕਰਕੇ, ਪਰ ਤੀਜੀ ਗੱਲ ਨਹੀਂ ਮਨਾਉਣੀ। ਪਹਿਲੀਆਂ 2 ਕਿ ਤੂੰ ਕਵੇਂ ਤਨਖਾਹ ਨਹੀਂ ਲੈਣੀ, ਅਸੀਂ ਤੈਨੂੰ ਹਿੱਸਾ ਦੇਾਂਗੇ। ਤੂੰ ਕਹਿਣਾ ਤੈਨੂੰ ਕੱਢੀਏ ਨਾ, ਤੂੰ ਠੀਕ ਪ੍ਰਬੰਧ ਕਰ, ਡਿਊਟੀ ਕਰੀ ਚੱਲ। ਪਰ ਜੇ ਤੂੰ ਤੀਜੀ ਗੱਲ ਕਹਿਣਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨਾ, ਉੱਥੇ ਕੇਵਲ ਨਿਤਨੇਮੀ ਤੇ ਅੰਮ੍ਰਿਤਧਾਰੀ ਮੈਂਬਰ ਬਣ ਸਕਦਾ, ਤੇਰੇ ਵਰਗਾ ਕੋਈ ਕਰਮੀ ਨਹੀਂ। ਇਹ ਫੈਸਲਾ ਸਾਡੀ ਕੌਮ ਪੰਥ ਕਰੇਗਾ। ਹੁਣ ਇਸ ਤੋਂ ਬਾਅਦ ਅੱਗੇ ਫਿਰ ਸੰਗਤ ਜੋ ਕੱਲ ਦਾ ਤੇ ਪਰਸੋਂ ਦਾ ਦਿਨ ਹੈ, ਜੋ ਸਿੰਘਾਂ ਨੇ ਫਿਰ ਅੱਗੇ ਮੂਵਮੈਂਟ ਸ਼ੁਰੂ ਕੀਤੀ ਤੇ ਸ਼ਹੀਦੀਆਂ ਹੁੰਦੀਆਂ ਨੇ, ਕਿਵੇਂ ਕਿਵੇਂ ਇਹ ਅੱਗੇ ਚੱਲਦਾ ਸੀ, ਕੱਲ ਨੂੰ ਇਤਿਹਾਸ ਸ਼ਰਵਣ ਕਰਾਂਗੇ। ਆਪ ਜੀ ਇਸੇ ਤਰ੍ਹਾਂ ਜੁੜੋ। 2 ਦਿਨ 21 ਤਰੀਕ ਨੂੰ ਨਨਕਾਣਾ ਸਾਹਿਬ ਦਾ ਸਾਕਾ ਹੈ ਤੇ ਨਾਲ ਹੀ ਜੈਤੋ ਦੇ ਮੋਰਚੇ ਦਾ ਵੀ ਸਾਕਾ, ਉਹ ਦਿਨ ਅਸੀਂ ਗੁਰਦੁਆਰੇ ਵੀ ਬਣਾਉਣੇ ਆ। ਸੋ ਇਸ ਕਰਕੇ 2 ਦਿਨ, ਕਿਉਂਕਿ ਸਮਾਂ ਥੋੜਾ ਹੁੰਦਾ ਹੈ, ਘੰਟਾ 2 ਘੰਟੇ ਬਹਿ ਕੇ ਨਹੀਂ ਕਥਾ ਕਰ ਸਕਦੇ, ਰੁਝੇਵੇਂ। ਸੋ ਆਪ ਜੀ ਜਰੂਰ ਸਮੇਂ ਨਾਲ ਗੁਰਦੁਆਰਾ ਸਾਹਿਬ ਪਹੁੰਚੋ, ਰਹਿੰਦਾ ਇਤਿਹਾਸ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ